ਆਪਾਂ ਨੂੰ ਇੰਸਟਰਕਸ਼ਨਾਂ ਦਿੱਤੀਆਂ ਗਈਆਂ ਨੇ, ਹਦਾਇਤਾਂ ਦਿੱਤੀਆਂ ਗਈਆਂ ਨੇ, ਉਹਨਾਂ ਦੀ ਜਿਹੜੀ ਪਾਲਣਾ ਕਰਨਾ ਆਪਣਾ ਜਿਹੜਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਾਸਤੇ, ਆਪਣੇ ਪਰਿਵਾਰ ਦੀ ਜ਼ਿੰਦਗੀ ਵਾਸਤੇ, ਪੂਰੇ ਸਮਾਜ ਵਾਸਤੇ। ਕੋਵਿਡ-19 ਵੈਰੀਅਰ ਦੇ ਤੌਰ ਤੇ ਆਪਾਂ ਨੂੰ ਸਮਾਜ ਦੇ ਵਿੱਚ ਵਿਚਰਨ ਦੀ ਬੜੀ ਲੋੜ ਹੈ ਇਸ ਸਮੇਂ। ਔਰ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਤੇ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਨੇ। ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਸੰਬੰਧੀ ਇੱਕ ਮੁਹਿੰਮ ਵਿੱਢੀ ਗਈ ਹੈ, ਜਿਸ ਵਿੱਚ ਆਪਾਂ ਜਾ ਕੇ ਲੋਕਾਂ ਨੂੰ ਦੱਸਣਾ ਹੈ ਕਿ ਕਿਸ ਤਰ੍ਹਾਂ ਇਸ ਵਾਇਰਸ ਤੋਂ ਆਪਾਂ ਸੁਰੱਖਿਅਤ ਰਹਿਣ ਲਈ ਆਪਾਂ ਆਪਣੇ ਆਪ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰੱਖਣ ਵਾਸਤੇ ਕਿਸ ਤਰ੍ਹਾਂ ਆਪਾਂ ਜਿਹੜੀਆਂ ਦਿੱਤੀਆਂ ਹੋਈਆਂ ਹਦਾਇਤਾਂ ਨੂੰ ਕਿਸ ਤਰ੍ਹਾਂ ਦਾ ਪਾਲਣ ਕਰਨਾ ਹੈ, ਕਿਹੜੇ ਢੰਗ ਤਰੀਕੇ ਨੇ। ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ SMS ਫੰਡਾ। SMS ਫੰਡਾ ਬੜਾ ਹੀ ਵਧੀਆ ਹੈ। ਇਸ ਨੂੰ ਆਪਣੀ ਆਦਤ ਦੇ ਰੂਪ ਦੇ ਵਿੱਚ ਆਪਾਂ ਨੂੰ ਧਾਰਨ ਕਰਨਾ ਪਏਗਾ, ਤਾਂ ਹੀ ਆਪਾਂ ਇਸ ਵਾਇਰਸ ਤੋਂ ਸੁਰੱਖਿਅਤ ਰਹਿ ਸਕਾਂਗੇ। S ਦਾ ਮਤਲਬ ਸੋਪ, M ਦਾ ਮਤਲਬ ਮਾਸਕ, S ਦਾ ਮਤਲਬ ਸੋਸ਼ਲ ਡਿਸਟੈਂਸ। ਮੈਂ ਆਪਣੇ ਹਰ ਭਾਸ਼ਣ ਦੇ ਵਿੱਚ, ਹਰ ਲੈਕਚਰ ਦੇ ਵਿੱਚ ਮੈਂ ਜਿਹੜਾ ਇਹ ਫੰਡਾ ਹੈਗਾ ਆਪਣੀ ਸਕਰੀਨ ਤੇ ਹਮੇਸ਼ਾ ਸ਼ੇਅਰ ਕਰਦਾ ਹੈਗਾ। ਸੋਪ ਦੇ ਨਾਲ, ਸਾਬਣ ਦੇ ਨਾਲ ਆਪਣੇ ਹੱਥਾਂ ਨੂੰ 20 ਸਕਿੰਟਾਂ ਲਈ ਧੋਣਾ ਬਣਦਾ ਆਪਣਾ, ਤਾਂ ਜੋ ਵਾਇਰਸ ਹੈ ਆਪਣੇ ਹੱਥਾਂ ਦੇ ਰਾਹੀਂ, ਆਪਣੇ ਮੂੰਹ ਰਾਹੀਂ ਆਪਣੇ ਬਾਡੀ ਦੇ ਵਿੱਚ ਐਂਟਰ ਨਾ ਹੋਵੇ। ਆਪਾਂ ਪਬਲਿਕ ਪਲੇਸਿਸ ਤੇ ਜਾਂਦੇ ਹਾਂ ਤਾਂ ਜਗ੍ਹਾ ਹੱਥ ਆਪਣੇ ਲੱਗਦੇ ਆ, ਤਾਂ ਇਹ ਵਾਇਰਸ ਦਾ ਆਪਣੇ ਹੱਥਾਂ ਰਾਹੀਂ ਆਪਣੀ ਬਾਡੀ ਦੇ ਵਿੱਚ ਐਂਟਰੀ ਨਾ ਹੋਵੇ, ਉਸ ਵਾਸਤੇ ਆਪਾਂ ਇੱਕ ਵਧੀਆ ਸਾਬਣ ਦੇ ਨਾਲ ਆਪਣੇ ਹੱਥ ਧੋਣਾ ਆਪਣਾ ਫਰਜ਼ ਬਣਦਾ ਹੈ। 20 ਸਕਿੰਟਾਂ ਲਈ ਸਾਬਣ ਦੇ ਨਾਲ ਪੂਰਾ ਮਲ ਕੇ ਆਪਣੇ ਹੱਥਾਂ ਨੂੰ ਧੋਣਾ ਹੈਗਾ। ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ, ਅਤੀ ਜ਼ਰੂਰੀ ਹੈ। ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਔਰ ਮਾਸਕ ਨੂੰ ਪੂਰੇ ਆਪਣੇ ਨੱਕ ਔਰ ਮੂੰਹ ਨੂੰ ਪੂਰਾ ਕਵਰ ਕਰਨਾ ਹੈਗਾ। ਇਹ ਨਹੀਂ ਵੀ ਇਕੱਲਾ ਆਪਣਾ ਮੂੰਹ ਢੱਕ ਲਿਆ ਔਰ ਫਾਰਮੈਲਿਟੀ ਇਹ ਕਰ ਲਈ, ਨਹੀਂ। ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ, ਟਰੈਵਲਿੰਗ ਕਰਦੇ ਹਾਂ ਜਾਂ ਪਬਲਿਕ ਪਲੇਸਿਸ ਤੇ ਜਾਂਦੇ ਹਾਂ, ਤਾਂ ਉੱਥੇ ਆਪਣਾ ਮੁੱਢਲਾ ਫਰਜ਼ ਬਣਦਾ ਪਬਲਿਕ ਪਲੇਸਿਸ ਤੇ ਜਾ ਕੇ ਆਪਣੇ ਨੱਕ ਤੇ ਮੂੰਹ ਨੂੰ ਢਕਣਾ ਬਣਦਾ ਹੈ। ਔਰ ਲਾਸਟ ਹੈ ਸੋਸ਼ਲ ਡਿਸਟੈਂਸ। ਕਿਤੇ ਵੀ ਆਪਾਂ ਕਿਸੇ ਵੀ ਪਬਲਿਕ ਪਲੇਸਿਸ ਤੇ ਜਾਂਦੇ ਹਾਂ, ਬਾਜ਼ਾਰ ਦੇ ਵਿੱਚ ਜਾਂਦੇ ਹਾਂ, ਜਾਂ ਦੇਖਿਆ ਜਾ ਰਿਹਾ ਹੈਗਾ, ਜਿਸ ਤਰ੍ਹਾਂ ਪੰਜਾਬ ਸਰਕਾਰ ਲੋਕਾਂ ਨੂੰ ਬੜਾ ਹੀ ਕਹਿ ਰਹੀ ਹੈ ਵੀ ਸਮਾਗਮਾਂ ਦੇ ਵਿੱਚ 50 ਬੰਦਿਆਂ ਤੋਂ ਵੱਧ ਇਕੱਠ ਨਾ ਕਰੋ। ਪਰ ਆਪਣੇ ਪੰਜਾਬੀਆਂ ਦੀ ਆਦਤ ਹੈ, ਜੇ ਕੋਈ ਸ਼ੋਕ ਸਮਾਗਮ ਹੈ ਤਾਂ ਉੱਥੇ ਵੱਧ ਤੋਂ ਵੱਧ ਪਹੁੰਚਣ ਦਾ ਲੋਕ ਆਤਮਾ ਆਪਣੀ ਉਹ ਆਪਾਂ ਨੂੰ ਕਹਿੰਦੀ ਹੈ ਵੀ ਆਪਾਂ ਨਹੀਂ ਯਾਰ, ਉਹ ਫਲਾਣੇ ਦੀ ਡੈਥ ਹੋ ਗਈ, ਆਪਾਂ ਉੱਥੇ ਬੈਠ ਕੇ ਆਈਏ, ਆਪਾਂ ਚੱਲੀਏ ਉਹਦੇ ਭੋਗ ਤੇ, ਅੰਤਿਮ ਅਰਦਾਸ ਤੇ ਆਪਾਂ ਸ਼ਾਮਲ ਹੋਈਏ। ਪਰ ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ, ਜਿੰਨੇ ਵੀ ਮੇਰੇ ਸਰੋਤੇ ਨੇ, ਸੁਣਨ ਵਾਲੇ ਹੈ, ਮੇਰੇ ਸਿਖਿਆਰਥੀ ਤੇ ਮੇਰੇ ਸਟਾਫ ਮੈਂਬਰ ਸਾਹਿਬਾਨ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਕਿ ਚਾਹੇ ਉਹ ਵਿਆਹ ਵਾਲੇ ਸਮਾਗਮ ਨੇ, ਖੁਸ਼ੀ ਵਾਲੇ ਸਮਾਗਮ ਨੇ ਜਾਂ ਸ਼ੋਕ ਵਾਲੇ ਸਮਾਗਮ ਨੇ, ਉੱਥੇ ਪਬਲਿਕ ਨੂੰ ਰੋਕਿਆ ਜਾਵੇ, ਜਾਣ ਤੋਂ, ਇਕੱਠ ਕਰਨ ਤੋਂ ਰੋਕਿਆ ਜਾਵੇ। ਸੋਸ਼ਲ ਡਿਸਟੈਂਸ ਦੀ ਨਿਯਮਾਂ ਦੀ ਪਾਲਣਾ ਕਰਨ ਦਾ ਨਿਯਮ ਹੈ, ਉੱਥੇ ਉਹਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਘੱਟੋ ਘੱਟ 6 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਆਪਸੀ ਦੂਰੀ ਬਣਾ ਕੇ ਰੱਖੋ ਤਾਂ ਜੋ ਵਾਇਰਸ ਦੀ ਚੇਨ ਹੈ ਟੁੱਟ ਜੇ, ਔਰ ਵਾਇਰਸ ਹੈ ਆਪਣਾ ਫੈਲਾਅ ਨਾ ਕਰੇ, ਔਰ ਆਪਣਾ ਸਮਾਜ ਹੈ ਔਰ ਆਪਾਂ ਇਸ ਵਾਇਰਸ ਤੋਂ ਸੁਰੱਖਿਅਤ ਰਹਿ ਸਕੀਏ ਤੇ ਇਸ ਮਹਾਂਮਾਰੀ ਤੋਂ ਆਪਾਂ ਨੂੰ ਨਿਜਾਤ ਮਿਲ ਸਕੇ। ਸੋ ਇਹ ਤਾਂ ਸੀ ਅਗੇਂਸਟ ਕੋਵਿਡ-19, ਕੋਵਿਡ-19 ਮਹਾਂਮਾਰੀ ਪੂਰੇ ਵਿਸ਼ਵ ਦੇ ਵਿੱਚ, ਪੂਰੀ ਧਰਤੀ ਦੇ ਉੱਪਰ ਫੈਲੀ ਹੋਈ ਹੈ। ਔਰ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਹੈ, ਉਸ ਦੇ ਤਹਿਤ ਆਪਾਂ ਇਸ ਨੂੰ
ਇੱਕ ਵੈਰੀਅਰ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਖੜਾ ਕਰਨਾ ਹੈਗਾ, ਇਸ ਨੂੰ ਰੋਕਣ ਵਾਸਤੇ ਇੱਕ ਵੈਰੀਅਰ ਦਾ ਜਿਹੜਾ ਕੰਮ ਕਰਨਾ ਹੈਗਾ। ਸੋ ਪਿਆਰੇ ਸਾਥੀਓ ਔਰ ਮੇਰੇ ਪਿਆਰੇ ਸਖਿਆਰਥੀਓ, ਜੋ ਮੇਰਾ ਅੱਜ ਦਾ ਵਿਸ਼ਾ ਸੋਲਰ ਪਾਵਰ, ਉਹ ਮੈਂ ਹੁਣ ਇੱਥੇ ਸ਼ੁਰੂ ਕਰਨ ਲੱਗਿਆਗਾ। ਸੋਲਰ ਪਾਵਰ, ਜਿਵੇਂ ਕਿ ਤੁਸੀਂ ਜਾਣਦੇ ਹੋ, ਸਮੁੱਚੇ ਵਿਸ਼ਵ ਦੇ ਵਿੱਚ, ਸਮੁੱਚੀ ਧਰਤੀ ਦੇ ਉੱਪਰ ਜਿਸ ਤਰ੍ਹਾਂ ਵਰਤਮਾਨ ਸਮੇਂ ਦੇ ਵਿੱਚ ਇੱਕ ਵਾਇਰਸ ਜਿਹੜਾ ਫੈਲਿਆ ਹੋਇਆ ਹੈਗਾ, ਇਹ ਵੀ ਮਨੁੱਖ ਦੀ ਦੇਣ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਵੇਦ ਸ਼ਾਸਤਰ, ਜਿੰਨੇ ਵੀ ਧਾਰਮਿਕ ਗ੍ਰੰਥ ਆਪਣੀ ਧਰਤੀ ਦੇ ਉੱਪਰ ਹੈ, ਜਿੰਨੇ ਵੀ ਧਰਮ ਨੇ, ਉਹਨਾਂ ਦੇ ਜਿੰਨੇ ਵੀ ਗ੍ਰੰਥ ਨੇ, ਆਪਾਂ ਨੂੰ ਕੁਦਰਤ ਦਾ ਸਤਿਕਾਰ ਕਰਨ ਵਾਸਤੇ ਆਪਾਂ ਨੂੰ ਪ੍ਰੇਰਿਤ ਕਰਦੇ ਆ। ਪਰ ਜਿਹੜਾ ਮਨੁੱਖ ਹੈ, ਬੜਾ ਹੀ ਬੇਦਰਦ ਔਰ ਬੇਗੈਰਤ ਹੈ। ਉਸ ਦੇ ਵਿੱਚ ਮੈਂ ਵੀ ਸ਼ਾਮਲ ਹਾਂ, ਤੁਸੀਂ ਵੀ ਸ਼ਾਮਲ ਹੋ। ਐਨਰਜੀ ਸੋਰਸ ਨੂੰ ਪ੍ਰੋਡਿਊਸ ਕਰਨ ਵਾਸਤੇ ਜਾਂ ਆਪਣੇ ਸੁੱਖ ਸੁਵਿਧਾ ਵਾਸਤੇ ਜਿਹੜੇ ਸਾਧਨ ਜਟਾਉਂਦਾ ਹੈਗਾ, ਉਹਨਾਂ ਨੂੰ ਪ੍ਰੋਡਿਊਸ ਕਰਨ ਵਾਸਤੇ, ਉਹਨਾਂ ਦੀ ਮੈਨੂਫੈਕਚਰਿੰਗ ਕਰਨ ਵਾਸਤੇ ਜਗ੍ਹਾ ਜਗ੍ਹਾ ਧਰਤੀ ਦੇ ਉੱਪਰ ਜਿਹੜੀ ਫੈਕਟਰੀਆਂ, ਇੰਡਸਟਰੀਆਂ ਖੜੀਆਂ ਕਰ ਦਿੱਤੀਆਂ ਗਈਆਂ ਨੇ। ਔਰ ਪੂਰੀ ਦਾ ਪੂਰਾ ਜਿਹੜਾ ਵਾਤਾਵਰਨ ਹੈ, ਉਹਨਾਂ ਫੈਕਟਰੀਆਂ ਦੀ ਚਿਮਨੀਆਂ ਦੇ ਵਿੱਚੋਂ ਉੱਡ ਰਹੇ ਧੂਏ ਦੇ ਨਾਲ ਜਿਹੜਾ ਪਲੀਤ ਹੋ ਚੁੱਕਿਆ, ਵਾਤਾਵਰਨ ਪਲਿਊਟ ਹੋ ਚੁੱਕਿਆ ਹੈ। ਔਰ ਕੱਲਾ ਵਾਤਾਵਰਨ ਨਹੀਂ, ਬ੍ਰਹਿਮੰਡ ਨੂੰ ਪਲੀਤ ਨਹੀਂ ਕੀਤਾ ਮਨੁੱਖ ਨੇ। ਨਦੀਆਂ, ਨਹਿਰਾਂ, ਨਾਲੇ ਜਿੰਨੇ ਵੀ ਹੈ ਪਾਣੀ ਦੇ ਸੋਰਸ, ਉਹਨਾਂ ਨੂੰ ਵੀ ਮਨੁੱਖ ਨੇ ਜਿਹੜਾ ਪੂਰੇ ਦਾ ਪੂਰਾ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ। ਮੈਂ ਇੱਕ ਜਿਹੜੀ ਤਸਵੀਰ ਹੈ ਤੁਹਾਡੀ ਸਕਰੀਨ ਦੇ ਉੱਪਰ ਮੈਂ ਸ਼ੋਅ ਕਰ ਰਿਹਾ, ਇਹਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਇੰਡਸਟਰੀ ਦੇ ਵਿੱਚੋਂ ਧੂੰਆਂ ਨਿਕਲ ਰਿਹਾ, ਔਰ ਨਾਲ ਹੀ ਜਿਹੜਾ ਪਾਣੀ ਦਾ ਦਿਖਾਇਆ ਗਿਆ ਦ੍ਰਿਸ਼, ਬੜਾ ਹੀ ਭਿਆਨਕ ਦ੍ਰਿਸ਼ ਹੈ। ਪਾਣੀ ਦੀ ਜਿਹੜੀ ਵੇਸਟੇਜ ਹੈ, ਰਸਾਇਣਕ ਜਿਹੜੇ ਕੈਮੀਕਲਸ ਦੇ ਅੰਸ਼, ਜਿਹੜੇ ਰਸਾਇਣ ਅੰਸ਼ ਜਿਹੜੇ ਉਹ ਪਾਣੀ ਦੇ ਵਿੱਚ ਮਿਲ ਕੇ ਜਿਹੜਾ ਨਹਿਰ ਦਾ, ਜਿਹੜਾ ਨਦੀ ਦਾ ਜਿਹੜਾ ਪਾਣੀ ਆ, ਉਹਨੂੰ ਵੀ ਪਲੀਤ ਕਰਦੇ ਆ। ਪਾਣੀ ਵੀ ਪੀਣ ਯੋਗ ਨਹੀਂ ਛੱਡਿਆ ਆਪਾਂ ਮਨੁੱਖਾਂ ਨੇ। ਤੇ ਇਸੇ ਕਰਕੇ ਮਤਲਬ ਸਮੇਂ ਦੇ ਨਾਲ ਨਾਲ ਜਿਹੜਾ ਹੈਗਾ, ਤੁਹਾਨੂੰ ਪਤਾ ਹੈ ਵੀ ਇਲੈਕਟ੍ਰੋਨਿਕਸ ਦੀ ਜਿਹੜੀ ਇੱਕ ਬਹੁਤ ਵੱਡਾ ਰੋਲ ਹੈ ਮਨੁੱਖੀ ਜ਼ਿੰਦਗੀ ਦੇ ਵਿੱਚ। ਇਲੈਕਟ੍ਰੋਨਿਕਸ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਔਰ ਉਸ ਯੋਗਦਾਨ ਨੂੰ ਜਾਰੀ ਰੱਖਦੇ ਹੋਏ 7ਵੀਂ ਸਦੀ ਦੇ ਵਿੱਚ ਜਿਹੜਾ ਸੋਲਰ ਐਨਰਜੀ ਦਾ ਜਿਹੜਾ ਫੰਡਾ ਹੈ ਪੂਰੀ ਦੁਨੀਆ ਦੇ ਸਾਹਮਣੇ ਆਇਆ। ਸੂਰਜ ਸਮੁੱਚੇ ਬ੍ਰਹਿਮੰਡ ਦਾ ਜਿਹੜਾ ਐਨਰਜੀ ਦਾ ਸਰੋਤ ਹੈ। ਬ੍ਰਹਿਮੰਡ ਦੇ ਵਿੱਚ ਦੂਸਰੇ ਹੋਰ ਵੀ ਜਿਹੜੇ 9 ਜਾਂ 10 ਗ੍ਰਹਿ ਜਿਹੜੇ ਘੁੰਮ ਰਹੇ ਜਾਂ ਫਿਰ ਰਹੇ ਹੈ ਸਮੁੱਚੇ ਬ੍ਰਹਿਮੰਡ ਦੇ ਵਿੱਚ, ਉਹਨਾਂ ਨੂੰ ਵੀ ਔਰ ਧਰਤੀ ਨੂੰ ਵੀ, ਧਰਤੀ ਤੇ ਹੀ ਇਕੱਲਾ ਜੀਵਨ ਪਾਇਆ ਜਾਂਦਾ ਹੈ, ਬਨਸਪਤ ਪਾਈ ਜਾਂਦੀ ਹੈ। ਇਸ ਬਨਸਪਤ ਨੂੰ ਤੇ ਪੂਰੀ ਮਨੁੱਖ ਜਾਤੀ ਲਈ ਜਿਹੜਾ ਸੂਰਜ ਹੈ ਇੱਕ ਵਰਦਾਨ ਦੇ ਰੂਪ ਦੇ ਵਿੱਚ ਹੈ। ਇਹਦੀ ਜਿਹੜੀ ਐਨਰਜੀ ਹੈ, ਇਹਦੀ ਜਿਹੜੀ ਰੌਸ਼ਨੀ ਹੈ, ਵਰਦਾਨ ਸਹਾਇਕ ਸਿੱਧ ਹੋਈ ਹੈ। ਔਰ ਇਸ ਸਲਾਈਡ ਦੇ ਵਿੱਚ ਦੱਸਿਆ ਗਿਆ ਕਿ 7ਵੀਂ ਸਦੀ ਦੇ ਵਿੱਚ ਜਿਹੜਾ ਹੈਗਾ ਮੈਗਨੀਫਾਈਂਗ ਗਲਾਸ ਦੇ ਮਟੀਰੀਅਲ ਦੇ ਜ਼ਰੀਏ ਜਿਹੜਾ ਹੈਗਾ ਲੋਕਾਂ ਨੇ, ਜਿਹੜਾ ਗ੍ਰੀਕ ਤੇ ਰੋਮਨਸ ਨੇ ਸੋਲਰ ਪਾਵਰ ਨੂੰ ਜਿਹੜਾ ਇਕੱਠਾ ਕਰਕੇ ਆਪਣੇ ਜਿਹੜੀਆਂ ਧਾਰਮਿਕ ਟਾਰਚਸ ਵਗੈਰਾ ਹੁੰਦੀਆਂ ਸੀ, ਉਹਨਾਂ ਦੀਆਂ ਧਾਰਮਿਕ ਜਿਵੇਂ ਮੰਦਿਰ ਮਸਜਿਦ ਦੇ ਵਿੱਚ ਜਿਵੇਂ ਆਪਾਂ ਰੌਸ਼ਨੀ ਕਰਦੇ ਹਾਂ, ਉਸ ਤਰ੍ਹਾਂ ਜਿਹੜਾ ਹੈਗਾ ਉਹ ਸੋਲਰ ਪਾਵਰ ਨੂੰ ਯੂਜ਼ ਕਰਕੇ ਇੱਕ ਮਿਰਰ ਦੇ ਦੁਆਰਾ ਉਹ ਲਾਈਟ ਟਾਰਚਸ ਨੂੰ ਯੂਜ਼ ਕਰਦੇ ਸੀ ਧਾਰਮਿਕ ਸੰਸਥਾਵਾਂ ਦੇ ਵਿੱਚ। ਤਾਂ ਇੱਥੋਂ ਜਿਹੜਾ ਹੈਗਾ ਜਿਹੜਾ ਮੁੱਢ ਜਿਹੜਾ ਸੋਲਰ ਪਾਵਰ ਦਾ ਜਿਹੜਾ ਸ਼ੁਰੂ ਹੋਇਆ। ਉਸ ਤੋਂ ਅੱਗੇ ਜਿਹੜਾ ਸੋਲਰ ਪਾਵਰ ਨੇ ਆਪਣੇ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਆਪਣੇ ਜਿਹੜੇ ਪੈਰ ਪਸਾਰਨੇ ਸ਼ੁਰੂ ਕੀਤੇ। ਆਪਾਂ ਸੋਲਰ ਪਾਵਰ ਦੀ ਹਿਸਟਰੀ ਦੇ ਉੱਪਰ ਜੇ ਆਪਾਂ ਝਾਤ ਮਾਰੀਏ ਤਾਂ 1941 ਦੇ ਵਿੱਚ ਜਿਹੜਾ ਹੈਗਾ ਸਿਲੀਕੌਨ ਸੋਲਰ ਜਿਹੜਾ ਸੈੱਲ ਹੈ, ਰਸੂਲ ਓਲ ਦੁਆਰਾ, ਜਿਹੜਾ ਅਮਰੀਕਨ ਭੌਤਿਕ ਵਿਗਿਆਨੀ ਸੀ, ਉਹਨਾਂ ਨੇ ਜਿਹੜਾ ਸਿਲੀਕੌਨ ਸੋਲਰ ਸੈੱਲ ਦੀ ਜਿਹੜੀ ਖੋਜ ਕੀਤੀ 1941 ਦੇ ਵਿੱਚ। 1954 ਦੇ ਵਿੱਚ ਬੈਲ ਲੈਬ ਦੇ ਵਿੱਚ ਇਸ ਨੂੰ ਹੋਰ ਵੀ ਵਿਕਸਿਤ ਕੀਤਾ ਗਿਆ। ਤੁਸੀਂ ਸਲਾਈਡ ਦੇ ਦੇਖ ਸਕਦੇ ਹੋ। 4.5% ਉਹਦੀ ਐਫੀਸ਼ੀਐਂਸੀ ਜਿਹੜੀ ਵਧਾ ਦਿੱਤੀ
ਸਿਲੀਕੌਨ ਸੋਲਰ ਸੈੱਲ ਦੀ ਸਮਰੱਥਾ ਵਧਾ ਦਿੱਤੀ એનર્ਜੀ ਪ੍ਰੋਡਿਊਸ ਕਰਨ ਦੀ। 1950 ਦੇ ਵਿੱਚ ਜਿਹੜਾ ਸੋਲਰ ਸੈੱਲ ਹੈ ਉਹਨੂੰ ਸੈਟਲਾਈਟ ਵਾਸਤੇ ਜਿਹੜਾ ਡਿਵੈਲਪ ਕੀਤਾ ਗਿਆ। 1960 ਦੇ ਵਿੱਚ ਹੌਫਮੈਨ ਇਲੈਕਟ੍ਰੋਨਿਕਸ ਅਚੀਵਡ 14% ਐਫੀਸ਼ੀਐਂਸੀ ਫਿਰ 14% ਜਿਹੜੀ ਐਫੀਸ਼ੀਐਂਸੀ ਆ ਉਹ ਫੋਟੋਵੋਲਟਿਕ ਸੈੱਲ ਦੀ ਜਿਹੜੀ ਵਧਾ ਦਿੱਤੀ ਗਈ ਇਹਨਾਂ ਦੁਆਰਾ। એનર્ਜੀ ਪ੍ਰੋਡਿਊਸ ਕਰਨ ਦੀ ਜਿਹੜੀ ਸਮਰੱਥਾ 14% ਦੇ ਹਿਸਾਬ ਦੇ ਨਾਲ ਉਹ ਹੋਰ ਵੀ ਅਪ ਹੋ ਗਈ। 1973 ਦੇ ਵਿੱਚ OPEC energy causes US to examine use of renewable energy source. Federal and state tax credit results to rapid growth for a new solar industries. 1973 ਤੋਂ ਫਿਰ ਇਹਨੇ ਹੋਰ ਵੀ ਜਿਹੜਾ ਆਪਣਾ ਜਿਹੜਾ ਵਿਕਾਸ ਕਰਨਾ ਸ਼ੁਰੂ ਕੀਤਾ। ਇਹਦੀਆਂ ਜਿਹੜੀਆਂ ਇੰਡਸਟਰੀਜ਼ ਹੈ ਉਹ ਇਸ ਵਿਸ਼ਵ ਦੇ ਵਿੱਚ ਆਪਣਾ ਜਿਹੜਾ ਪੈਰ ਪਸਾਰਨ ਲੱਗੀਆਂ। ਜੋ ਸੋਲਰ ਪਾਵਰ ਦੇ ਜਿਹੜੇ ਪਿਤਾਮਾ ਨੇ ਉਹਨਾਂ ਨੂੰ ਮੈਂ ਤੁਹਾਡੀ ਸਕਰੀਨ ਦੇ ਉੱਪਰ ਲਿਆ ਕੇ ਦਰਸ਼ਨ ਕਰਵਾ ਰਿਹਾ। ਇਹ ਦੇਖੋ, ਚਾਰਲਸ ਫ੍ਰਿਟਸ, ਇਨਵੈਂਟਰ ਆਫ ਸੋਲਰ ਪਾਵਰ। ਸੋਲਰ ਪਾਵਰ ਦੇ ਖੋਜੀ ਚਾਰਲਸ ਫ੍ਰਿਟਸ। ਇਸ ਮਹਾਨ ਸ਼ਖਸੀਅਤ ਨੇ ਪੂਰੇ ਵਿਸ਼ਵ ਨੂੰ ਸੋਲਰ ਪਾਵਰ ਦਾ ਜਿਹੜਾ ਫੰਡਾ ਹੈ ਉਹ ਪੂਰੇ ਵਿਸ਼ਵ ਨੂੰ ਦਿੱਤਾ। ਪੂਰੇ ਵਿਸ਼ਵ ਦੀ ਝੋਲੀ ਸੋਲਰ ਪਾਵਰ ਦਾ ਜਿਹੜਾ ਹੈਗਾ ਫਾਰਮੂਲਾ 1838 ਈਸਵੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਇਹ ਪ੍ਰੋਡਿਊਸ ਕਰਕੇ ਆਪਣੀ ਜਿਹੜੀ ਖੋਜ ਹੈ ਪੂਰੇ ਵਿਸ਼ਵ ਦੀ ਝੋਲੀ ਪਾਈ। ਇਲੈਕਟ੍ਰਿਸਿਟੀ ਨੂੰ ਪ੍ਰੋਡਿਊਸ ਕਰਨ ਦਾ, ਸਨਲਾਈਟ ਤੋਂ ਇਲੈਕਟ੍ਰਿਸਿਟੀ ਕਿਸ ਤਰ੍ਹਾਂ ਪ੍ਰੋਡਿਊਸ ਹੁੰਦੀ ਹੈ, ਉਹ ਇਸ ਮਹਾਨ ਸ਼ਖਸੀਅਤ ਨੇ ਆਪਾਂ ਨੂੰ ਜਿਹੜੀ ਆਪਣੀ ਮਹਾਨ ਜਿਹੜੀ ਦੇਣ ਹੈ ਉਹ ਦਿੱਤੀ। ਤੇ ਜਿਹੜਾ ਮਾਡਰਨ ਸਿਲੀਕੌਨ ਸੋਲਰ ਸੈੱਲ ਦੇ ਜਿਹੜੇ ਤੁਲਨਾ ਦੇ ਵਿੱਚ ਹੀ ਮਤਲਬ ਕਿ ਇਹਨਾਂ ਜਿਹੜੀ ਆਪਣੀ ਜਿਹੜੀ ਖੋਜ ਕੀਤੀ ਸੀ, ਜਿਹੜਾ ਅੱਜ ਆਪਾਂ ਸਿਲੀਕੌਨ ਸੋਲਰ ਸੈੱਲ ਹੈ ਜੋ ਅੱਜ ਆਪਾਂ ਵਰਤਦੇ ਹਾਂ, ਉਹਦੀ ਤੁਲਨਾ ਦੇ ਮੁਤਾਬਕ ਹੀ ਇਹਨਾਂ ਨੇ ਜਿਹੜੀ ਆਪਣੀ ਜਿਹੜੀ ਖੋਜ ਇਸ ਪੂਰੇ ਸਮੁੱਚੇ ਵਿਸ਼ਵ ਨੂੰ ਦਿੱਤੀ। ਉਸ ਤੋਂ ਆਪਾਂ ਅੱਗੇ ਗੱਲ ਕਰਾਂਗੇ ਸੋਲਰ ਪਾਵਰ ਹੈ ਕੀ। ਵਾਟ ਇਜ਼ ਸੋਲਰ ਪਾਵਰ? ਸੋਲਰ ਪਾਵਰ ਕੀ ਹੈ? ਤੁਹਾਡੀ ਸਲਾਈਡ ਦੇ ਉੱਪਰ ਸ਼ੋ ਹੋ ਰਿਹਾ। Solar power is a power which produced by collecting sunlight and converting it into electricity. Solar power ਸੂਰਜੀ ਰੋਸ਼ਨੀ ਦੁਆਰਾ, ਜੋ ਸੂਰਜ ਦੁਆਰਾ ਜਿਹੜਾ ਰੇਡੀਏਟ ਕੀਤਾ ਜਾਂਦਾ ਪ੍ਰਕਾਸ਼, ਸੂਰਜੀ ਪ੍ਰਕਾਸ਼ ਤੋਂ ਕਨਵਰਟ ਕਰਕੇ ਜਿਹੜੀ ਆਪਾਂ ਬਿਜਲੀ ਤਿਆਰ ਕਰਦੇ ਹਾਂ ਉਹਨੂੰ ਸੋਲਰ ਪਾਵਰ ਦਾ ਨਾਮ ਦਿੱਤਾ ਜਾਂਦਾ ਹੈ। ਦਿਸ ਇਜ਼ ਡਨ ਬਾਈ ਯੂਜ਼ਿੰਗ ਸੋਲਰ ਪੈਨਲ। ਇਹ ਸਾਰਾ ਕੁਝ ਜਿਹੜਾ ਸੋਲਰ ਸਨਲਾਈਟ ਤੋਂ ਜਿਹੜਾ ਆਪਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਹਾਂ, ਇਹ ਸੋਲਰ ਪੈਨਲਸ ਦੇ ਦੁਆਰਾ ਜਿਹੜਾ ਸਾਰਾ ਹੁੰਦਾ ਹੈਗਾ। ਫਲੈਟ ਪੈਨਲਸ ਹੁੰਦੇ ਆ ਔਰ ਉਹ ਜਿਹੜੇ ਪੈਨਲਾਂ ਦੇ ਉੱਪਰ ਸੋਲਰ ਸੈੱਲ ਬਣੇ ਹੁੰਦੇ ਆ, ਫੋਟੋਵੋਲਟਿਕ ਸੈੱਲ, ਉਹ ਰੋਸ਼ਨੀ ਨੂੰ ਅਬਜ਼ਰਵ ਕਰਦੇ ਆ, ਯਾਨੀ ਕਿ ਸੋਖਿਤ ਕਰਦੇ ਆ ਸੂਰਜੀ ਊਰਜਾ ਨੂੰ, ਸੂਰਜੀ ਪ੍ਰਕਾਸ਼ ਨੂੰ ਸੋਖਿਤ ਕਰਕੇ ਇਲੈਕਟ੍ਰਿਸਿਟੀ ਦੇ ਵਿੱਚ ਜਿਹੜਾ ਹੈਗਾ ਚੇਂਜ ਕਰਦੇ ਆ ਸੋਲਰ ਪੈਨਲ। ਤਾਂ ਆਪਾਂ ਅੱਗੇ ਗੱਲ ਕਰੀਏ ਸੂਰਜੀ ਊਰਜਾ ਦੀ ਜਿਹੜੀ ਵਰਤੋਂ ਹੈ ਕਿਸ ਤਰ੍ਹਾਂ ਔਰ ਕਿਸ ਰੂਪ ਦੇ ਵਿੱਚ ਜਾਂ ਕਿੰਨੇ ਪ੍ਰਕਾਰ ਦੇ ਰੂਪ ਦੇ ਵਿੱਚ ਆਪਾਂ ਜਿਹੜੀ ਕਰਦੇ ਹਾਂ। ਇਹ ਸਕਰੀਨ ਦੇ ਉੱਪਰ ਜੋ ਸ਼ੋ ਹੋ ਰਿਹਾ ਇਹ ਬੇਸਿਕ ਜਿਹੜੇ ਐਲੀਮੈਂਟਸ ਨੇ ਸੋਲਰ ਪਾਵਰ ਸਿਸਟਮ ਦੇ, ਜਿਨ੍ਹਾਂ ਦੇ ਵਿੱਚ ਨੰਬਰ 1 ਤੇ ਸੋਲਰ ਪੈਨਲ ਆਇਆ ਜਿਸ ਦੀ ਆਪਾਂ ਗੱਲ ਕਰ ਚੁੱਕੇ ਹਾਂ, ਫਿਰ ਚਾਰਜ ਕੰਟਰੋਲਰ ਔਰ ਸੋਲਰ ਇਨਵਰਟਰ ਤੇ ਬੈਟਰੀ। ਇਹ ਜਿਹੜੇ ਚਾਰੋਂ ਐਲੀਮੈਂਟਸ ਨੇ ਮਿਲ ਕੇ ਸੋਲਰ ਸਨਲਾਈਟ ਨੂੰ ਇਲੈਕਟ੍ਰਿਸਿਟੀ ਦੇ ਵਿੱਚ, ਇਲੈਕਟ੍ਰਿਸਿਟੀ ਦੇ ਰੂਪ ਦੇ ਵਿੱਚ ਆਪਾਂ ਨੂੰ ਬਿਜਲੀ ਜਿਹੜੀ ਪ੍ਰਦਾਨ ਕਰਦੇ ਆ। ਤਾਂ ਅੱਗੇ ਆਪਾਂ ਜਿਹੜੀ ਬੇਸਿਕਲੀ ਆਪਾਂ ਜਿਹੜੀ ਗੱਲ ਕਰਾਂਗੇ ਕਿ
ਜੋ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਸ਼ੋ ਹੋ ਰਿਹਾ ਹੈ, 1839 ਦੇ ਵਿੱਚ ਅਲੈਗਜ਼ੈਂਡਰ ਬੈਕਰਲ ਨੇ ਜਿਹੜਾ ਇਹਨੂੰ ਡਿਸਕਵਰ ਕਰਨਾ ਸ਼ੁਰੂ ਕੀਤਾ, ਸੋਲਰ ਪਾਵਰ ਨੂੰ। ਉਸ ਤੋਂ ਅੱਗੇ ਤੁਸੀਂ ਜਿਹੜੀ ਦੂਜੀ ਤਸਵੀਰ ਨੀਚੇ ਜੇ ਦੇਖ ਰਹੇ ਹੋ, ਐਡਵਰਡ ਵੈਸਟਰਨ ਦੀ ਹੈ। 1888 ਦੇ ਵਿੱਚ ਇਹਨਾਂ ਨੇ ਇਲੈਕਟ੍ਰੋਕੈਮੀਕਲ ਜਿਹੜੇ ਸੈੱਲ ਹੈ ਉਹਨਾਂ ਨੂੰ ਡਿਵੈਲਪ ਕੀਤਾ, ਤੇ ਦੁਨੀਆ ਨੂੰ ਜਿਹੜੀ ਇਹ ਆਪਣੀ ਜਿਹੜੀ ਸੋਲਰ ਪਾਵਰ ਦੀ ਜਿਹੜੀ ਦੇਣ ਹੈ, ਇਹਨਾਂ ਮਹਾਨ ਸ਼ਖਸੀਅਤਾਂ ਨੇ ਹੋਰ ਵੀ ਡਿਵੈਲਪ ਕੀਤੀ, ਹੋਰ ਵੀ ਇਸ ਨੂੰ ਵਿਕਸਿਤ ਕਰਕੇ ਪੂਰੇ ਸਮੁੱਚੇ ਵਿਸ਼ਵ ਨੂੰ ਸੋਲਰ ਪਾਵਰ ਤੋਂ ਜਾਣੂ ਕਰਵਾਇਆ, ਔਰ ਸੋਲਰ ਪਾਵਰ ਨੂੰ ਇੱਕ એનર્ਜੀ ਦੇ ਰੂਪ ਦੇ ਵਿੱਚ ਵਰਤੋਂ ਦੇ ਵਿੱਚ ਲਿਆਂਦਾ। ਹੁਣ ਆਪਾਂ ਗੱਲ ਕਰੀਏ ਵੀ ਕਲਾਸੀਫਿਕੇਸ਼ਨ ਆਫ ਸੋਲਰ ਪਾਵਰ ਸਿਸਟਮ। ਸੋਲਰ ਪਾਵਰ ਸਿਸਟਮ ਦੀ ਜਿਹੜੀਆਂ ਕਿਸਮਾਂ ਤੁਹਾਡੀ ਸਲਾਈਡ ਦੇ ਉੱਪਰ ਜਿਹੜੀਆਂ ਸ਼ੋ ਹੋ ਰਹੀਆਂ ਨੇ, ਇਹਦੇ ਵਿੱਚ ਤਿੰਨ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਤਿੰਨ ਤਰ੍ਹਾਂ ਨਾਲ ਜਿਹੜੀ ਇਹਦੀ ਵੰਡ ਕੀਤੀ ਗਈ ਹੈ। ਉਹਦੇ ਵਿੱਚ ਨੰਬਰ 1 ਤੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ, ਔਨ ਗ੍ਰਿਡ ਸੋਲਰ ਪਾਵਰ, ਔਨ ਗ੍ਰਿਡ ਸੋਲਰ ਪਾਵਰ ਸਿਸਟਮ, ਆਫ ਗ੍ਰਿਡ ਸੋਲਰ ਪਾਵਰ ਸਿਸਟਮ, ਕੰਬਾਈਨਡ ਸੋਲਰ ਪਾਵਰ ਸਿਸਟਮ। ਇਹ ਜਿਹੜਾ ਹੈਗੇ ਆ ਮੁੱਖ ਤੌਰ ਤੇ ਜਿਹੜੇ ਹੈਗੇ ਆ ਤਿੰਨ ਇਹਦੀਆਂ ਜਿਹੜੀਆਂ ਕਿਸਮਾਂ ਨੇ, ਮੁੱਖ ਤੌਰ ਤੇ ਤਿੰਨ ਕਿਸਮਾਂ ਜਿਹੜੀਆਂ ਸੋਲਰ ਪਾਵਰ ਦੀਆਂ ਸਮੁੱਚੇ ਵਿਸ਼ਵ ਦੇ ਵਿੱਚ ਜਿਹੜਾ ਹੈਗੀਆਂ ਨੇ। ਔਰ ਇਹਨਾਂ ਦਾ ਕੀ ਮੀਨਿੰਗ ਹੈ, ਕੀ ਭਾਵ ਹੈ, ਇਹ ਆਪਾਂ ਵੇਖਦੇ ਹਾਂ। ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਮੈਂ ਸ਼ੋ ਕਰ ਰਿਹਾ ਪਹਿਲੀ ਕਿਸਮ, ਔਨ ਗ੍ਰਿਡ ਸੋਲਰ ਪਾਵਰ ਸਿਸਟਮ। ਔਨ ਗ੍ਰਿਡ ਸੋਲਰ ਪਾਵਰ ਸਿਸਟਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਨ ਗ੍ਰਿਡ ਸੋਲਰ ਪਾਵਰ ਸਿਸਟਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੋਲਰ ਪੈਨਲ ਨੇ ਜਿਹੜੀ ਸੂਰਜੀ ਊਰਜਾ ਨੂੰ ਅਬਜ਼ਰਵ ਕਰਕੇ ਡਾਇਰੈਕਟ ਜਿਹੜਾ ਹੈਗਾ ਗ੍ਰਿਡ ਨੂੰ ਜਿਹੜੀ ਪੂਰੀ ਦੀ ਪੂਰੀ ਜਿਹੜੀ એનર્ਜੀ ਹੈ ਉਹ ਟਰਾਂਸਮਿਟ ਕਰ ਦਿੱਤੀ ਜਾਂਦੀ ਹੈ, ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਗ੍ਰਿਡ ਨੂੰ। ਡਾਇਰੈਕਟ ਜਿਹੜਾ ਗ੍ਰਿਡ ਨੂੰ ਸੋਲਰ ਪੈਨਲਸ ਤੋਂ ਜਿਹੜੀ એનર્ਜੀ ਇਲੈਕਟ੍ਰਿਸਿਟੀ એનર્ਜੀ ਜਿਹੜੀ ਮਿਲਦੀ ਹੈ ਡਾਇਰੈਕਟ ਗ੍ਰਿਡ ਨੂੰ, ਉਸ ਦਾ ਜਿਹੜਾ ਭਾਵ ਹੈ ਔਨ ਗ੍ਰਿਡ ਸੋਲਰ ਪਾਵਰ ਸਿਸਟਮ ਦੇ ਵਿੱਚ ਜਿਹੜਾ ਇਹ ਸਿਸਟਮ ਦੇ ਵਿੱਚ ਜਿਹੜਾ ਸ਼ੋ ਕੀਤਾ ਗਿਆ। ਔਨ ਗ੍ਰਿਡ ਸੋਲਰ ਪਾਵਰ ਸਿਸਟਮ ਦਾ ਜਿਹੜਾ ਮਤਲਬ ਹੈ ਸੋਲਰ ਪੈਨਲਸ ਤੋਂ ਡਾਇਰੈਕਟ ਗ੍ਰਿਡ ਨੂੰ ਜਿਹੜੀ ਬਿਜਲੀ ਸਪਲਾਈ ਕੀਤੀ ਜਾਂਦੀ ਆ। ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਆਫ ਗ੍ਰਿਡ ਦੀ। ਆਫ ਗ੍ਰਿਡ ਸਿਸਟਮ ਦੇ ਵਿੱਚ ਜੋ ਦਿਖਾਇਆ ਗਿਆ ਹੈਗਾ ਤੁਹਾਡੀ ਸਕਰੀਨ ਦੇ ਉੱਪਰ, ਪੈਨਲ ਤੋਂ ਜਿਹੜੀ એનર્ਜੀ ਪ੍ਰੋਡਿਊਸ ਹੋਈ ਉਸ ਨੂੰ ਅੱਗੇ ਆਪਾਂ ਇਨਵਰਟਰ ਦੇ ਰਾਹੀਂ ਬੈਟਰੀ ਦੇ ਵਿੱਚ ਆਪਾਂ ਸਟੋਰ ਕਰ ਲਿਆ। ਉਸ ਤੋਂ ਅੱਗੇ ਇਨਵਰਟਰ ਹੈ ਜਿਹੜਾ ਆਪਣੇ ਪੂਰੇ ਘਰ ਦੇ ਜਿਹੜੇ ਇਲੈਕਟ੍ਰੋਨਿਕਸ ਡਿਵਾਈਸਿਸ ਨੇ ਜਾਂ ਇਲੈਕਟ੍ਰੀਕਲ ਡਿਵਾਈਸਿਸ ਨੇ ਉਹਨਾਂ ਨੂੰ ਚਲਾਉਣ ਦੇ ਵਿੱਚ ਜਿਹੜਾ ਉਹ ਚਲਾਉਣ ਦੇ ਲਈ ਜਿਹੜਾ એનર્ਜੀ ਟ੍ਰਾਂਸਫਰ ਕਰਦਾ ਹੈ। ਕਹਿਣ ਦਾ ਭਾਵ ਇਹ ਹੈ ਵੀ ਇੱਕ ਘਰ ਦੇ ਵਿੱਚ ਜਿਹੜਾ ਆਪਾਂ ਸਿਸਟਮ ਯੂਜ਼ ਕਰਦੇ ਹਾਂ ਸੋਲਰ ਪੈਨਲ, ਸੋਲਰ એનર્ਜੀ ਲੈਣ ਵਾਸਤੇ, ਸੂਰਜੀ ਊਰਜਾ ਤੋਂ ਆਪਾਂ ਬਿਜਲੀ ਪੈਦਾ ਕਰਨ ਵਾਸਤੇ ਆਪਾਂ ਆਪਣੇ ਘਰ ਦੇ ਵਿੱਚ ਜਿਹੜਾ ਸਿਸਟਮ ਦੀ ਵਰਤੋਂ ਕਰਦੇ ਹਾਂ ਉਹ ਆਫ ਗ੍ਰਿਡ ਸੋਲਰ ਸਿਸਟਮ ਦੇ ਤਹਿਤ ਆਉਂਦਾ ਹੈ। ਅੱਗੇ ਜਿਹੜੀ ਆਪਾਂ ਅਗਲੀ ਜਿਹੜੀ ਇਹਦੀ ਕਿਸਮ ਹੈ ਕੰਬਾਈਨਡ, ਉਹ ਤੁਹਾਡੀ ਸਕਰੀਨ ਦੇ ਉੱਪਰ ਮੈਂ ਦਿਖਾ ਰਿਹਾ। ਕੰਬਾਈਨਡ ਸੋਲਰ ਪਾਵਰ ਸਿਸਟਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਘਰ ਦੀ ਛੱਤ ਦੇ ਉੱਪਰ ਸੋਲਰ ਪੈਨਲ ਜਿਹੜਾ ਲੱਗਿਆ ਹੋਇਆ, એનર્ਜੀ ਪ੍ਰੋਡਿਊਸ ਹੋ ਰਹੀ ਹੈ, ਇਲੈਕਟ੍ਰਿਸਿਟੀ એનર્ਜੀ ਜਿਹੜੀ ਪ੍ਰੋਡਿਊਸ ਹੋ ਰਹੀ ਹੈ, ਔਰ ਉਸ ਦੇ ਨਾਲ ਕੀ ਹੈ ਪੂਰੇ ਜਿਹੜੇ ਘਰ ਦੇ ਜਿਹੜੇ ਬਿਜਲੀ ਉਪਕਰਨ ਨੇ ਉਹ ਚੱਲ ਰਹੇ ਹੈ, ਔਰ ਜੋ ਉਸ ਤੋਂ ਵਾਧੂ ਜਿਹੜੀ ਇਲੈਕਟ੍ਰਿਸਿਟੀ ਪੈਦਾ ਹੁੰਦੀ ਹੈ, ਪ੍ਰੋਡਿਊਸ ਹੁੰਦੀ ਹੈ, ਉਸ ਨੂੰ ਵਾਪਸ ਜਿਹੜਾ ਹੈਗਾ ਗ੍ਰਿਡ ਦੇ ਵਿੱਚ ਜਿਹੜਾ ਟ੍ਰਾਂਸਫਰ ਕਰ ਦਿੱਤਾ ਜਾਂਦਾ ਸਿਸਟਮ ਦੇ ਦੁਆਰਾ। ਇਹ ਜਿਹੜਾ ਹੈਗਾ ਕੰਬਾਈਨਡ ਸੋਲਰ ਪਾਵਰ ਸਿਸਟਮ ਦਾ ਜਿਹੜਾ ਇੱਕ ਹਿੱਸਾ ਹੈਗਾ।
ਅਗਲੀ ਜਿਹੜੀ ਅਹਿਮ ਗੱਲ ਹੈ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਉਹਦੇ ਵਿੱਚ ਜਿਹੜਾ ਹੈਗਾ ਆਪਾਂ ਗੱਲ ਕਰਾਂਗੇ ਪੈਨਲ ਦੀ। ਸੋਲਰ ਪੈਨਲ ਕੀ ਹੈ? ਤੁਹਾਡੀ ਸਕਰੀਨ ਦੇ ਉੱਪਰ ਮੈਂ ਇਹਦਾ ਪੂਰੇ ਦਾ ਪੂਰਾ ਜਿਹੜਾ ਹੈਗਾ ਦਿਖਾਇਆ ਗਿਆ ਹੈਗਾ ਵੀ ਕਿਸ ਤਰ੍ਹਾਂ ਜਿਹੜਾ ਸੋਲਰ ਪੈਨਲ ਹੈ ਸਨਲਾਈਟ ਨੂੰ ਜਿਹੜਾ ਆਬਜ਼ਰਵ ਕਰਦਾ ਹੈਗਾ, ਉਹਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਸਟਰਕਚਰ ਹੈ ਉਹ ਦਿਖਾਇਆ ਗਿਆ ਹੈਗਾ। ਇਸ ਪੈਨਲ ਦੇ ਵਿੱਚ ਜਿਹੜਾ ਐਨ ਟਾਈਪ ਸਿਲੀਕॉन ਔਰ ਪੀ ਟਾਈਪ ਜਿਹੜਾ ਸਿਲੀਕॉन ਹੈ, ਹੋਲਸ ਤੇ ਇਲੈਕਟ੍ਰੋਨਸ ਜਿਹੜਾ ਹੈਗੇ ਨੇ, ਔਰ ਇੱਕ ਜੰਕਸ਼ਨ ਹੈ ਇਹਨਾਂ ਦੇ ਵਿਚਕਾਰ। ਹੋਲਸ ਤੇ ਇਲੈਕਟ੍ਰੋਨਸ ਦਾ ਜਿਹੜਾ ਫਲੋ ਹੈ ਉਹ એનર્ਜੀ ਦੇ ਰੂਪ ਦੇ ਵਿੱਚ ਜਿਹੜਾ ਵਹਾਅ ਹੈਗਾ ਕਰੰਟ ਦੇ ਰੂਪ ਦੇ ਵਿੱਚ ਉਹ ਲੋਡ ਦੇ ਉੱਪਰ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਫੋਟੋਨਸ ਸੈੱਲ ਦੇ ਦੁਆਰਾ ਜਿਹੜਾ ਫੋਟੋਨ ਸੈੱਲ ਦੇ ਵਿੱਚ ਇਲੈਕਟ੍ਰੋਨਸ ਤੇ ਹੋਲ ਦਾ ਜਿਹੜਾ ਫਲੋ ਹੈ ਐਨ ਟਾਈਪ ਸਿਲੀਕॉन ਤੇ ਪੀ ਟਾਈਪ ਸਿਲੀਕॉन ਜਿਹੜੇ ਮਿਲ ਕੇ ਜਿਹੜਾ ਨੈਗੇਟਿਵ ਤੇ ਪੋਜ਼ਿਟਿਵ ਜਿਹੜੇ ਚਾਰਜਸ ਦਾ ਜਿਹੜਾ ਫਲੋ ਹੁੰਦਾ ਹੈਗਾ, ਉਹਨਾਂ ਦੇ ਰਾਹੀਂ ਜਿਹੜਾ ਪੂਰੀ ਦਾ ਪੂਰਾ ਜਿਹੜੀ ਇਲੈਕਟ੍ਰਿਸਿਟੀ ਜਿਹੜੀ એનર્ਜੀ ਹੈ ਉਹ ਪੈਦਾ ਹੁੰਦੀ ਹੈ। ਉਸ ਤੋਂ ਅੱਗੇ ਆਪਾਂ ਜਿਹੜੇ ਮੁੱਖ ਤੌਰ ਤੇ ਜਿਹੜੀ ਆਪਾਂ ਗੱਲ ਕਰਾਂਗੇ ਕਿ ਜਿਹੜੇ ਸੋਲਰ ਪੈਨਲ ਨੇ, ਸੋਲਰ ਪੈਨਲ ਜਿਹੜਾ ਹੈ ਕੀ, ਇਸ ਦਾ ਕੀ ਮੀਨਿੰਗ ਹੈ, ਇਹ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਮੈਂ ਸ਼ੋਅ ਕੀਤਾ ਹੋਇਆ ਤੁਸੀਂ ਦੇਖੋ, ਇਸ ਨੂੰ ਧਿਆਨ ਨਾਲ ਜਿਹੜਾ ਪੜ੍ਹ ਸਕਦੇ ਹੋ। ਇਹ ਕਹਿੰਦਾ ਸੋਲਰ ਪੈਨਲਸ ਰੈਫਰਸ ਟੂ ਅ ਪੈਨਲ ਡਿਜ਼ਾਈਨਡ ਟੂ ਅਬਜ਼ਰਵ ਦਾ ਸਨ ਰੇਜ਼ of a source of energy for generating electricity or heating। ਸੂਰਜੀ ਪ੍ਰਕਾਸ਼ ਨੂੰ, ਸੂਰਜ ਦੀਆਂ ਕਿਰਨਾਂ ਨੂੰ ਅਬਜ਼ਰਵ ਕਰਕੇ ਬਿਜਲੀ ਊਰਜਾ ਦੇ ਵਿੱਚ ਪਰਿਵਰਤਿਤ ਕਰਦੀ ਹੈ ਜਿਹੜੀ ਇਹ ਪਲੇਟ ਜਾਂ ਇਹ ਜਿਹੜਾ ਪੈਨਲ। ਸੋਲਰ ਪੈਨਲ ਔਰ ਮੋਡਿਊਲ ਇਜ਼ ਅ ਸੀਰੀਜ਼ ਆਫ ਇਨਕਨੈਕਟਡ ਸਿਲੀਕॉन ਸੈਲਸ। ਇਹਦੇ ਉੱਪਰ ਜਿਹੜੇ ਸੀਰੀਜ਼ ਦੇ ਵਿੱਚ ਜਿਹੜੇ ਸਿਲੀਕॉन ਸੈਲਸ ਜੁਆਇੰਟ ਹੁੰਦੇ ਨੇ, ਜੁਆਇੰਟ ਕੀਤੇ ਹੁੰਦੇ ਆ, ਉਹਨਾਂ ਦਾ ਪੂਰੇ ਦਾ ਪੂਰਾ ਜਿਹੜਾ ਸਮੂਹ ਹੈ ਉਹ ਸੂਰਜੀ ਪ੍ਰਕਾਸ਼ ਨੂੰ ਸੋਖਿਤ ਕਰਕੇ ਇਲੈਕਟ੍ਰਿਸਿਟੀ ਬਿਜਲਈ ਊਰਜਾ ਦੇ ਵਿੱਚ ਉਹਨੂੰ ਪਰਿਵਰਤਿਤ ਕਰ ਦਿੰਦਾ ਹੈ ਤੇ ਆਪਾਂ ਨੂੰ ਇਨਵਰਟਰ ਰਾਹੀਂ ਜਾਂ ਬੈਟਰੀ ਰਾਹੀਂ ਜਾਂ ਇਨਵਰਟਰ ਰਾਹੀਂ ਆਪਾਂ ਨੂੰ ਜਿਹੜਾ ਉਹ ਇਲੈਕਟ੍ਰਿਸਿਟੀ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ। ਔਰ ਇਸ ਤੋਂ ਜਿਹੜੀ ਅੱਗੇ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪੈਨਲ ਹੈ, ਜਿਹੜਾ ਸੋਲਰ ਪੈਨਲ ਹੈ, ਇਸਨੇ ਜਿਹੜਾ ਆਪਣਾ ਜਿਹੜਾ ਰੋਲ ਹੈ ਉਹ ਸੈਟਲਾਈਟ ਕਮਿਊਨੀਕੇਸ਼ਨ ਦੇ ਵਿੱਚ ਜਾਂ ਜਿਹੜੇ ਆਪਾਂ ਨਕਲੀ ਉਪਗ੍ਰਹਿ ਜਿਹੜਾ ਆਪਾਂ ਭੇਜਦੇ ਹਾਂ ਦੂਸਰੇ ਗ੍ਰਹਿਾਂ ਦੇ ਉੱਪਰ, ਜਾਂ ਵੈਦਰ ਫੋਰਕਾਸਟਿੰਗ ਦੇ ਵਾਸਤੇ ਆਪਾਂ ਜਿਹੜੇ ਉਪਗ੍ਰਹਿ ਛੱਡਦੇ ਹਾਂ, ਜਾਂ ਟੈਲੀਵਿਜ਼ਨ ਕਮਿਊਨੀਕੇਸ਼ਨ ਦੇ ਵਾਸਤੇ ਆਪਾਂ ਜਿਹੜੇ ਉਪਗ੍ਰਹਿ ਛੱਡ ਰਹੇ ਹਾਂ, ਉਹਨਾਂ ਦੇ ਵਿੱਚ ਉਹਨਾਂ ਦੇ ਸਿਸਟਮ ਨੂੰ ਚਲਾਉਣ ਵਾਸਤੇ ਜਿਹੜਾ ਹੈਗਾ ਸੋਲਰ ਪੈਨਲ ਆਪਣਾ ਬੜਾ ਹੀ ਵਧੀਆ ਜਿਹੜਾ ਬਹੁਤ ਹੀ ਮਹੱਤਵਪੂਰਨ ਜਿਹੜਾ ਯੋਗਦਾਨ ਜਿਹੜਾ ਦੇ ਰਿਹਾ। ਤਾਂ ਮੈਂ ਇੱਥੇ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਜਿਹੜਾ ਸਭ ਤੋਂ ਪਹਿਲਾਂ ਇਸ ਪੂਰੇ ਵਿਸ਼ਵ ਦੇ ਉੱਪਰ ਜਿਹੜਾ ਸੋਲਰ ਪੈਨਲ ਹੈ ਉਹ ਕਦੋਂ ਜਿਹੜਾ ਲਾਂਚ ਕੀਤਾ ਗਿਆ, ਉਸ ਸੰਬੰਧੀ ਮੈਂ ਤੁਹਾਡੇ ਨਾਲ ਸਲਾਈਡ ਸ਼ੋਅ ਕਰ ਰਿਹਾ ਤੁਹਾਨੂੰ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ, ਮੈਂ ਇੱਕ ਨਕਲੀ ਉਪਗ੍ਰਹਿ ਦੀ ਜਿਹੜੀ ਤਸਵੀਰ ਸ਼ੋਅ ਕੀਤੀ ਹੋਈ ਹੈ। ਇਹਦੇ ਆਲੇ ਦੁਆਲੇ ਜਿਹੜੇ ਪੂਰੀ ਦੀ ਪੂਰੀ ਬਾਡੀ ਦੇ ਉੱਪਰ ਜਿਹੜੇ ਸੋਲਰ ਪੈਨਲ ਲਗਾਏ ਹੋਏ ਨੇ
ਇਹਨਾਂ ਸੋਲਰ ਪੈਨਲਸ ਦੇ ਤੋਂ ਜਿਹੜੀ ਇਸ ਨੂੰ ਚਲਾਉਣ ਦੀ ਜਿਹੜੇ ਇਸ ਨੂੰ એનર્ਜੀ ਦੇਣ ਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਰੋਲ ਹੈ ਇਹਨਾਂ ਸੋਲਰ ਪੈਨਲਾਂ ਦਾ ਹੁੰਦਾ ਹੈਗਾ। ਇਹ ਸੂਰਜੀ ਪ੍ਰਕਾਸ਼ ਤੋਂ ਊਰਜਾ ਲੈ ਕੇ ਇਲੈਕਟ੍ਰਿਸਿਟੀ ਜਿਹੜੀ ਪ੍ਰੋਡਿਊਸ ਕਰਕੇ ਇਸ ਪੂਰੇ ਸਿਸਟਮ ਨੂੰ ਜਿਹੜੀ એનર્ਜੀ ਦਿੰਦੇ ਆ। ਤੇ ਜਿਹੜਾ ਇਹ ਪੂਰੇ ਦਾ ਪੂਰਾ ਸਿਸਟਮ ਹੈ ਆਪਾਂ ਨੂੰ ਜਿਹੜਾ ਪੂਰੇ ਬ੍ਰਹਿਮੰਡ ਦੀ ਜਿਹੜੀ ਜਾਣਕਾਰੀ ਟਾਈਮ ਟੂ ਟਾਈਮ ਜਿਹੜਾ ਆਪਾਂ ਨੂੰ ਫੋਟੋਆਂ ਤੇ ਵੀਡੀਓ ਵਗੈਰਾ ਦਾ ਜਿਹੜਾ ਸਿਸਟਮ ਹੈ ਉਹ ਸਾਰਾ ਸੋਲਰ ਪੈਨਲ ਦੇ ਨਾਲ ਚੱਲਦਾ ਹੈ। ਔਰ ਤੁਹਾਡੀ ਜਾਣਕਾਰੀ ਹਿੱਤ ਮੈਂ ਦੱਸ ਦਿਆਂ ਕਿ ਵਿਸ਼ਵ ਦੇ ਵਿੱਚ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਆਪਾਂ ਗੱਲ ਕਰੀਏ ਸੋਲਰ ਸਿਸਟਮ ਨੇ ਜਿਹੜਾ ਆਪਣੀ ਜਿਹੜੀ ਤਰੱਕੀ ਕੀਤੀ ਹੈ ਉਹਦੇ ਵਿੱਚ ਕੀ 8 ਜੁਲਾਈ 2010 ਨੂੰ ਜਿਹੜਾ ਹੈਗਾ ਪਹਿਲੀ ਜਿਹੜੀ ਸੋਲਰ ਪਾਵਰ ਜਿਹੜੀ ਫਲਾਈਟ ਹੈ ਏਅਰਪਲੇਨ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਇਹਦਾ ਤਜਰਬਾ ਕੀਤਾ ਗਿਆ ਸੀ। ਔਰ ਪਹਿਲੀ ਜਿਹੜੀ ਸੋਲਰ ਪਾਵਰ ਦੇ ਨਾਲ ਚੱਲਣ ਵਾਲਾ ਜਿਹੜਾ ਜਹਾਜ਼ ਹੈ 8 ਜੁਲਾਈ 2010 ਨੂੰ ਇਸ ਵਿਸ਼ਵ ਨੂੰ ਜਿਹੜਾ ਮਿਲਿਆ ਸੀ। ਔਰ ਤੁਹਾਡੀ ਸਕਰੀਨ ਦੇ ਉੱਪਰ ਜੋ ਮੈਂ ਸ਼ੋਅ ਕਰਨ ਜਾ ਰਿਹਾ ਹੈਗਾ ਉਹਦੇ ਵਿੱਚ ਦਿਖਾਇਆ ਗਿਆ ਇੱਕ ਪਲੇਨ ਜਿਹਦੇ ਉੱਪਰ ਪੂਰੇ ਦਾ ਪੂਰਾ ਜਿਹੜਾ ਸੋਲਰ ਪੈਨਲ ਜਿਹੜਾ ਸਿਸਟਮ ਹੈ ਉਹ ਦਿਖਾਈ ਦੇ ਰਿਹਾ। ਉਹਦੇ ਵਿੰਗਸ ਦੇ ਉੱਪਰ ਜਿਹੜਾ ਸੋਲਰ ਪੈਨਲ ਲਗਾਇਆ ਗਿਆ ਹੈਗਾ। ਔਰ ਇਹ ਇਸ ਪੈਨਲ ਦੇ ਜ਼ਰੀਏ ਪੂਰੀ ਦੀ ਪੂਰੀ ਜਿਹੜੀ ਊਰਜਾ ਹੈ ਇਲੈਕਟ੍ਰਿਸਿਟੀ ਊਰਜਾ ਜਿਹੜੀ ਇਸ ਜਹਾਜ਼ ਨੂੰ ਜਿਹੜੀ ਮਿਲ ਰਹੀ ਹੈ। ਔਰ ਜਿਹੜਾ ਇਸ ਜਹਾਜ਼ ਦਾ ਜਿਹੜਾ ਸਿਸਟਮ ਹੈ ਇਸ ਸੋਲਰ ਪੈਨਲ ਤੇ ਡਿਪੈਂਡ ਕਰਦਾ ਹੈ ਔਰ ਪੂਰੀ ਦੀ ਪੂਰੀ ਜਿਹੜੀ ਉਡਾਨ ਹੈ ਭਰਨ ਦੇ ਵਿੱਚ ਇਸ ਨੂੰ ਸਮਰੱਥ ਬਣਾਉਂਦਾ ਹੈ। ਅੱਗੇ ਆਪਾਂ ਜਿਹੜੀ ਗੱਲ ਕਰਾਂਗੇ ਧਰਤੀ ਦੇ ਉੱਪਰ ਜਿਹੜੀ ਰੇਡੀਏਸ਼ਨ ਦੀ, ਸੂਰਜ ਦੁਆਰਾ ਜਿਹੜਾ ਰੇਡੀਏਸ਼ਨ ਦਾ ਜਿਹੜਾ ਹੈਗਾ ਸਲਾਈਡ ਦੇ ਵਿੱਚ ਸ਼ੋਅ ਹੋ ਰਿਹਾ ਹੈਗਾ, ਤੁਸੀਂ ਦੇਖ ਸਕਦੇ ਹੋ। ਸੂਰਜ ਦੁਆਰਾ ਜਿਹੜੀ એનર્ਜੀ ਹੈ ਉਹ ਕਿਰਨਾਂ ਦੇ ਰੂਪ ਦੇ ਵਿੱਚ ਜਿਹੜੀ ਰੇਡੀਏਟ ਕੀਤੀ ਜਾਂਦੀ ਹੈ, ਜਿਨ੍ਹਾਂ ਚੋਂ 99% ਜਿਹੜੀ ਵੇਵ ਲੈਂਥ ਹੈ 0.2 ਤੋਂ 0.4 ਮਾਈਕਰੋਮੀਟਰ ਹੁੰਦੀ ਹੈ। ਸੋਲਰ એનર્ਜੀ ਜੋ ਜ਼ਮੀਨ ਦੇ ਜਿਹੜੇ ਤਲ ਤੇ ਪਹੁੰਚਦੀ ਹੈ ਉਹਦੇ ਵਿੱਚ 8% ਜਿਹੜਾ ਅਲਟਰਾਵਾਇਲਟ ਰੇਡੀਏਸ਼ਨ ਹੁੰਦੀ ਹੈ ਔਰ 46% ਜਿਹੜੀ ਵਿਜ਼ੀਬਲ ਲਾਈਟ ਹੁੰਦੀ ਹੈ ਔਰ 46% ਇਨਫਰਾਰੈਡ ਰੇਡੀਏਸ਼ਨ ਹੁੰਦੀ ਹੈ। ਇਸ ਤਰ੍ਹਾਂ ਜਿਹੜੀ ਪੂਰੇ ਦਾ ਜਿਹੜਾ ਪੂਰਾ ਸਿਸਟਮ ਹੈ ਰੇਡੀਏਸ਼ਨ ਦਾ, ਸੂਰਜ ਦੁਆਰਾ ਜਿਹੜਾ ਧਰਤੀ ਦੇ ਉੱਪਰ ਜਿਹੜਾ ਰੇਡੀਏਸ਼ਨ ਦਾ ਜਿਹੜਾ ਅਸਰ ਕੀਤਾ ਜਾਂਦਾ ਹੈਗਾ। ਵਰਤਮਾਨ ਸਮੇਂ ਦੇ ਵਿੱਚ ਦੇਖੀਏ ਤਾਂ ਜਿਹੜਾ ਸੋਲਰ ਪਾਵਰ ਦੀ ਜਿਹੜੀ ਬਹੁਤ ਹੀ ਜਿਹੜੀ ਮਹੱਤਤਾ ਹੈ, ਮਨੁੱਖ ਨੂੰ ਜਿਹੜੀ ਇਹਦੀ ਜਿਹੜੀ ਲੋੜ ਜਿਹੜੀ ਮਹਿਸੂਸ ਹੋਈ ਉਹ ਕਿਸ ਤਰ੍ਹਾਂ ਹੋਈ, ਕਿਉਂ ਹੋਈ, ਇਹ ਸਭ ਜਾਣਦੇ ਹਾਂ ਆਪਾਂ। ਜਿਸ ਤਰ੍ਹਾਂ ਗਲੋਬਲ ਵਾਰਮਿੰਗ ਜਿਹੜੀ ਹੈਗੀ ਹੈ, ਗਲੋਬਲ ਵਾਰਮਿੰਗ ਤੋਂ ਹਰ ਇੱਕ ਜਿਹੜਾ ਇਨਸਾਨ ਆ ਉਹ ਜਾਣੂ ਹੈ। ਧਰਤੀ ਦਾ ਜਿਹੜਾ ਤਾਪਮਾਨ ਹੈ ਦਿਨ ਬਾ ਦਿਨ ਜਿਹੜਾ ਵੱਧਦਾ ਜਾ ਰਿਹਾ ਹੈਗਾ। ਟੈਂਪਰੇਚਰ ਹੈ ਜਿਹੜਾ ਵਧਣ ਕਰਕੇ ਧਰਤੀ ਦਾ ਜਿਹੜੇ ਜਿੰਨੇ ਵੀ ਆਪਣੇ ਪਹਾੜਾਂ ਦੇ ਵਿੱਚ ਵੱਡੇ ਵੱਡੇ ਜਿਹੜੀਆਂ ਪਹਾੜ ਨੇ ਉਹਨਾਂ ਦੇ ਵਿੱਚ ਜਿਹੜੀ ਬਰਫ਼ ਹੈ ਉਹ ਪਿਘਲ ਰਹੀ ਹੈ ਔਰ ਬਰਫ਼ ਦੇ ਪਿਘਲਣ ਦੇ ਨਾਲ ਜਿਹੜਾ ਪੂਰੇ ਦਾ ਪੂਰਾ ਸਮੁੰਦਰ ਦਾ ਜਿਹੜਾ ਪਾਣੀ ਹੈ ਉਹਦਾ ਜਿਹੜਾ ਲੈਵਲ ਆ ਉਹ ਵੱਧ ਰਿਹਾ ਹੈਗਾ ਔਰ ਇਹ ਸਮੁੱਚੇ ਜਿਹੜਾ ਵਿਸ਼ਵ ਵਾਸਤੇ ਜਿਹੜਾ ਖਤਰਾ ਸਾਬਤ ਹੋ ਰਿਹਾ। ਤਾਂ ਉੱਥੇ ਜਿਹੜਾ ਲੋੜ ਪਈ ਇਸ ਨੂੰ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਦੀ। ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਦੀ ਜਿਹੜੀ ਲੋੜ ਪਈ ਉਹ ਇਸੇ ਕਰਕੇ ਪਈ ਕਿ ਧਰਤੀ ਦੇ ਉੱਪਰ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਔਰ ਇਸ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਆਪਣੇ ਮਨੁੱਖ ਦੁਆਰਾ ਜਿਹੜਾ ਧਰਤੀ ਦੇ ਵਿੱਚੋਂ ਵੱਖ-ਵੱਖ ਜਿਹੜੇ ਖਣਿਜ ਪਦਾਰਥ ਹੈ ਉਹਨਾਂ ਨੂੰ ਕੱਢ ਕੇ ਇੱਕ એનર્ਜੀ ਦੇ ਰੂਪ ਦੇ ਵਿੱਚ, એનર્ਜੀ ਦੇ ਸਾਧਨਾਂ ਦੇ ਰੂਪ ਦੇ ਵਿੱਚ ਆਪਾਂ ਜਿਹੜਾ ਮਨੁੱਖ ਹੈ ਆਪਾਂ ਜਿਹੜੇ ਜੁਟਾ ਰਹੇ ਹਾਂ ਔਰ ਧਰਤੀ ਨੂੰ ਲਗਾਤਾਰ ਹੀ ਖੋਖਲੀ ਕਰਦੇ ਜਾ ਰਹੇ ਹਾਂ। ਤਾਂ ਉਸ ਹਾਲਤ ਦੇ ਵਿੱਚ ਜਿਹੜੀ
ਇਹ ਇੱਕ ਵਿਕਲਪ ਦਿੱਤਾ ਪੂਰੇ ਵਿਸ਼ਵ ਨੂੰ। ਇਲੈਕਟ੍ਰੋਨਿਕਸ ਨੇ ਦੀ ਬਹੁਤ ਵੱਡੀ ਜਿਹੜੀ ਦੇਣ ਹੈ, ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਬਹੁਤ ਵੱਡੀ ਦੇਣ ਹੈ ਸੋਲਰ ਪਾਵਰ। ਔਰ ਸੋਲਰ એનર્ਜੀ, ਸੂਰਜੀ એનર્ਜੀ ਦੇ ਦੁਆਰਾ ਜਿਹੜਾ ਪੂਰੇ ਵਿਸ਼ਵ ਨੂੰ ਹਰਿਆ ਭਰਿਆ ਰੱਖਣ ਵਾਸਤੇ, ਪ੍ਰਦੂਸ਼ਣ ਮੁਕਤ ਰੱਖਣ ਵਾਸਤੇ ਇਹਦਾ ਬਹੁਤ ਹੀ ਵੱਡਾ ਜਿਹੜਾ ਸਹਿਯੋਗ ਹੈ। ਔਰ ਰੀਨਿਊਏਬਲ એનર્ਜੀ ਦੇ ਰੂਪ ਦੇ ਵਿੱਚ ਇਹ ਆਪਣੇ ਸਾਹਮਣੇ ਜਿਹੜੀ ਆਈ ਹੈ, ਜਿਹਦੇ ਰਾਹੀਂ ਆਪਾਂ ਪੂਰੇ ਵਿਸ਼ਵ ਨੂੰ ਪ੍ਰਦੂਸ਼ਣ ਮੁਕਤ ਰੱਖ ਸਕਦੇ ਹਾਂ। ਔਰ એનર્ਜੀ ਲੈਣ ਵਾਸਤੇ ਆਪਾਂ ਨੂੰ ਜਿਹੜੇ ਧਰਤੀ ਦੇ ਜਿਹੜੇ ਖਣਿਜ ਪਦਾਰਥ ਹੈ ਉਹਨਾਂ ਦੀ ਵੀ ਆਪਾਂ ਬਚਤ ਕਰ ਸਕਦੇ ਹਾਂ। ਸੋਲਰ એનર્ਜੀ ਦੀਆਂ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ ਸੋਲਰ એનર્ਜੀ ਦੀ ਜਿਹੜੀ ਵਰਤੋਂ ਹੈ ਉਹ ਰਿਹਾਇਸ਼ੀ ਬਿਲਡਿੰਗਸ ਦੀ ਕੂਲਿੰਗ ਸਿਸਟਮ ਵਾਸਤੇ, ਹੀਟਿੰਗ ਵਾਸਤੇ, ਸੋਲਰ ਵਾਟਿੰਗ ਹੀਟਿੰਗ ਵਾਸਤੇ, ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਵਿੱਚ, ਜਾਂ ਆਪਣੇ ਡਾਇਰੀ ਧੰਦਿਆਂ ਦੇ ਵਿੱਚ, ਜਾਂ ਕੁਕਰੀ ਦੇ ਵਿੱਚ, ਸਮੁੰਦਰ ਦੇ ਵਿੱਚ ਜਿਹੜਾ ਆਪਾਂ ਸਾਲਟ ਵਰਤ ਰਹੇ ਹਾਂ, ਲੂਣ ਵਰਤ ਰਹੇ ਹਾਂ, ਨਮਕ ਵਰਤ ਰਹੇ ਹਾਂ, ਉਹਦੇ ਵਿੱਚ ਜਿਹੜਾ ਜਿਤਨਾ ਵੀ ਜਿਹੜਾ ਰੋਲ ਹੈ ਸਾਰਾ ਸੋਲਰ એનર્ਜੀ ਦਾ ਬਹੁਤ ਹੀ ਵਧੀਆ ਮਹੱਤਵਪੂਰਨ ਰੋਲ ਹੈ। ਸੋਲਰ ਜਿਹੜਾ ਸੂਰਜੀ ਪ੍ਰਕਾਸ਼ ਨੂੰ ਆਪਾਂ ਇਕੱਠਾ ਕਰਕੇ ਆਪਾਂ ਇੱਕ ਤਾਪ ਦੇ ਰੂਪ ਦੇ ਵਿੱਚ ਇਕੱਠਾ ਕਰਕੇ ਵੀ ਵਰਤਦੇ ਹਾਂ। ਔਰ ਉਸ ਤੋਂ ਜਿਹੜੀ ਬਿਜਲੀ ਜਿਹੜੀ ਪੈਦਾ ਕਰਨ ਵਾਸਤੇ ਵੀ ਜਿਹੜੇ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਕਿ ਆਪਾਂ ਪੈਨਲ ਲਾਉਣੇ ਆ ਜਿਹੜੇ ਕਿ ਫੋਟੋਵੋਲਟਿਕ ਸੈੱਲ ਜਿਹੜੇ ਸੀਰੀਜ਼ ਦੇ ਵਿੱਚ ਲੱਗੇ ਹੁੰਦੇ ਆ, ਪੂਰੇ ਦੇ ਪੂਰੇ ਉਹਦੇ ਵਿੱਚ ਹੁੰਦੇ ਨੇ। ਉਹ ਜਿਹੜਾ ਹੈਗਾ ਪੂਰਾ ਸਿਸਟਮ ਹੈ ਜਿਹੜਾ ਉਹ ਨੈਗੇਟਿਵ ਪੋਜ਼ਿਟਿਵ ਜਿਹੜੇ ਚਾਰਜਸ ਹੈ ਪ੍ਰੋਡਿਊਸ ਕਰਦਾ ਹੈਗਾ। ਔਰ ਪੂਰੇ ਦਾ ਪੂਰਾ ਜਿਹੜਾ ਉਹਨਾਂ ਦਾ ਫਲੋ ਹੈ ਉਹ ਲੋਡ ਵੱਲ ਜਿਹੜਾ ਜਾਂਦਾ ਹੈਗਾ ਤੇ ਆਪਾਂ ਨੂੰ ਇਲੈਕਟ੍ਰਿਸਿਟੀ ਦੇ ਰੂਪ ਦੇ ਵਿੱਚ ਆਪਾਂ ਨੂੰ ਮਿਲਦਾ ਹੈਗਾ, ਜਿਸ ਤਰ੍ਹਾਂ ਤੁਹਾਡੀ ਸਕਰੀਨ ਦੇ ਉੱਪਰ ਜਿਹੜਾ ਸ਼ੋਅ ਕੀਤਾ ਹੋਇਆ ਹੈਗਾ। ਫੋਟੋਵੋਲਟਿਕ ਸੈੱਲ ਹੈ ਜਿਹੜੇ ਇਹ ਸੈਮੀ ਕੰਡਕਟਰਸ ਹੁੰਦੇ ਨੇ। ਸੈਮੀ ਕੰਡਕਟਰਸ ਜਿਹੜਾ ਮਟੀਰੀਅਲ ਹੁੰਦਾ ਹੈਗਾ, ਔਰ ਇਹਨਾਂ ਦੀ ਜਿਹੜੀ ਵਰਤਮਾਨ ਸਮੇਂ ਦੇ ਵਿੱਚ ਨਾਓ ਡੇਜ਼ ਜਿਹੜੀ ਇਹਨਾਂ ਦੀ ਐਫੀਸ਼ੀਐਂਸੀ ਹੈ, ਸਮਰੱਥਾ ਹੈ ਊਰਜਾ ਪੈਦਾ ਕਰਨ ਦੀ, 25% ਦੇ ਹਿਸਾਬ ਦੇ ਨਾਲ ਜਿਹੜਾ ਇਹਨੂੰ ਡਿਵੈਲਪ ਕਰ ਦਿੱਤਾ ਗਿਆ ਹੈਗਾ। ਔਰ ਜੇ ਆਪਾਂ ਸੋਲਰ ਪਾਵਰ ਦੀ ਜਿਹੜੀ ਆਪਾਂ ਗੱਲ ਕਰੀਏ ਵੀ ਇਹਦੀ ਕੀ ਡਿਸਐਡਵਾਂਟੇਜ ਹੈ, ਇਹਦੀ ਕੋਈ ਬਹੁਤੀ ਜ਼ਿਆਦਾ ਡਿਸਐਡਵਾਂਟੇਜ ਨਹੀਂ। ਜੇ ਆਪਾਂ ਪੂਰੇ ਝਾਤੀ ਮਾਰੀਏ ਤਾਂ ਡਿਸਐਡਵਾਂਟੇਜ ਵਾਲੀ ਕੋਈ ਵਾਲੀ ਜ਼ਿਆਦਾ ਗੱਲ ਨਹੀਂ ਲੱਗਦੀ। ਸਮੁੱਚੇ ਵਿਸ਼ਵ ਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਕੰਟਰੋਲ ਕੀਤਾ ਇਸਨੇ। ਬਸ ਇੱਕੋ ਹੀ ਜਿਹੜੀ ਖਾਮੀ ਹੈ ਜਾਂ ਇੱਕੋ ਹੀ ਇਹਦਾ ਉਹ ਡਿਸਐਡਵਾਂਟੇਜ ਹੈ ਵੀ ਥੋੜਾ ਕੋਸਟਲੀ ਸਿਸਟਮ ਹੈ, ਥੋੜਾ ਮਹਿੰਗਾ ਸਿਸਟਮ ਹੈ। ਔਰ ਜਿਹੜੀ ਇਹਦੀ ਵਿੱਚ ਕੈਪੀਟਲ ਇਨਵੈਸਟਮੈਂਟ ਹੈ ਉਹ ਥੋੜੀ ਜਿਹੀ ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਜਿਹੜਾ ਸ਼ੁਰੂ ਦੇ ਵਿੱਚ ਜ਼ਿਆਦਾ ਜਿਹੜਾ ਹੈਗੀ ਹੈ ਇਨਵੈਸਟਮੈਂਟ ਜ਼ਿਆਦੀ ਹੈ, ਪੈਸਿਆਂ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਜ਼ਿਆਦੀ ਹੈ, ਪੂੰਜੀ ਦੀ ਇਨਵੈਸਟਮੈਂਟ ਜ਼ਿਆਦੀ ਹੋਣ ਕਰਕੇ ਇਹ ਜਿਹੜਾ ਸਿਸਟਮ ਹੈ ਅਜੇ ਤੱਕ ਆਮ ਲੋਕਾਂ ਦੀ ਜਿਹੜੀ ਪਹੁੰਚ ਦੇ ਤੋਂ ਥੋੜਾ ਜਿਹਾ ਬਾਹਰ ਹੈ। ਔਰ ਤੁਸੀਂ ਇਸ ਸਲਾਈਡ ਦੇ ਵਿੱਚ ਦੇਖ ਸਕਦੇ ਹੋ ਕਿ ਸੂਰਜੀ ਜਿਹੜੇ ਪੈਨਲ ਲੱਗੇ ਹੋਏ ਨੇ ਇਲੈਕਟ੍ਰਿਸਿਟੀ એનર્ਜੀ ਨੂੰ ਪੈਦਾ ਕਰਨ ਵਾਸਤੇ, ਔਰ ਉਹਨਾਂ ਦੇ ਪਿੱਛੇ ਹੀ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਜੋ ਕਿ ਹਵਾ ਦੇ ਨਾਲ ਘੁੰਮ ਕੇ ਟਰਬਾਈਨ ਨੂੰ ਘੁਮਾ ਕੇ ਉਹ ਤੋਂ ਜਿਹੜਾ ਆਪਾਂ ਬਿਜਲੀ ਊਰਜਾ ਦਾ ਜਿਹੜਾ ਪ੍ਰਵਾਹ ਹੈ ਉਹ ਆਪਾਂ ਪ੍ਰਾਪਤ ਕਰਦੇ ਹਾਂ। ਔਰ ਇਹ ਹਵਾ ਦੀ ਜਿਹੜੀ ਊਰਜਾ ਨੂੰ, ਹਵਾਈ ਊਰਜਾ ਨੂੰ ਬਿਜਲੀ ਊਰਜਾ ਦੇ ਵਿੱਚ ਤਬਦੀਲ ਕਰਨ ਵਿੱਚ ਬੜਾ ਹੀ ਜਿਹੜਾ ਸਹਾਇਕ ਸਿੱਧ ਜਿਹੜਾ ਸਾਬਤ ਹੋਇਆ। ਸਮੁੱਚੇ ਵਿਸ਼ਵ ਨੂੰ ਸੋਲਰ ਪਾਵਰ ਦੀ ਜਿਹੜੀ ਦੇਣ ਹੈ, ਜਿਹਦੇ ਵਿੱਚ ਇਲੈਕਟ੍ਰੋਨਿਕਸ ਨੇ ਆਪਣਾ ਬੜਾ ਹੀ ਵਧੀਆ ਜਿਹੜਾ ਯੋਗਦਾਨ ਦਿੱਤਾ ਹੈਗਾ। ਤੁਸੀਂ ਦੇਖ ਸਕਦੇ ਹੋ ਆਪਣੀ ਸਲਾਈਡ ਦੇ ਉੱਪਰ ਸੋਲਰ ਸੈੱਲ ਕਿਸ ਤਰ੍ਹਾਂ ਕਨਵਰਟ ਕਰਦਾ ਹੈ ਇਲੈਕਟ੍ਰਿਸਿਟੀ એનર્ਜੀ ਦੇ ਵਿੱਚ, light energy as input and convert it into electrical energy।
ਸੋਲਰ ਪੈਨਲਸ ਦੇ ਵਿੱਚ ਜਿਹੜਾ ਸਿਲੀਕੌਨ ਜਿਹੜਾ ਸੈੱਲ ਸਿਸਟਮ ਹੈ ਪੂਰੇ ਦਾ ਪੂਰਾ, ਆਪਾਂ ਇਲੈਕਟ੍ਰੋਨਿਕਸ ਦੇ ਵਿੱਚ ਪੜ੍ਹਦੇ ਹਾਂ। ਜਿਸ ਤਰ੍ਹਾਂ ਤੁਹਾਡੀ ਸਲਾਈਡ ਦੇ ਉੱਪਰ ਮੈਂ ਸ਼ੋਅ ਕੀਤਾ ਹੋਇਆ, ਐਨ ਟਾਈਪ ਤੇ ਪੀ ਟਾਈਪ ਜਿਹੜਾ ਮਟੀਰੀਅਲ ਹੈ, ਸੈਮੀਕੰਡਕਟਰ ਮਟੀਰੀਅਲ ਤੁਹਾਨੂੰ ਸ਼ੋਅ ਹੋ ਰਿਹਾ ਹੈਗਾ, ਪੋਜ਼ੀਟਿਵ ਨੈਗੇਟਿਵ। ਇਹਨਾਂ ਦਾ ਜਿਹੜਾ ਪੂਰਾ ਫਲੋ ਹੈ ਇਹ ਮਿਲ ਕੇ ਬਿਜਲੀ ਊਰਜਾ ਪੈਦਾ ਕਰਦੇ ਨੇ, ਔਰ ਸੂਰਜੀ ਪ੍ਰਕਾਸ਼ ਜਿਹੜਾ ਹੈਗਾ ਉਹ ਬਿਜਲੀ ਦੇ ਰੂਪ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਤਾਂ ਜਿਹੜਾ ਮੇਰਾ ਅੱਜ ਦਾ ਵਿਸ਼ਾ ਸੋਲਰ ਪਾਵਰ ਦੇ ਉੱਪਰ ਹੈ, ਜਿਤਨਾ ਮੇਰੀ ਪਟਾਰੀ ਦੇ ਵਿੱਚ ਜਿੰਨਾ ਵੀ ਮੇਰੇ ਤੋਂ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਮੈਂ ਜਿਹੜਾ ਪਰੋਇਆ ਤੁਹਾਨੂੰ ਦੱਸਣ ਵਾਸਤੇ ਦੱਸਿਆ ਜਾਂ ਤੁਹਾਡੇ ਅੱਗੇ ਪੇਸ਼ ਕੀਤਾ, ਤਾਂ ਮੈਂ ਸਮਝਦਾ ਵੀ ਤੁਸੀਂ ਇਸ ਤੋਂ ਜਿਹੜੇ ਪੂਰੇ ਸੰਤੁਸ਼ਟ ਹੋਵੋਗੇ। ਔਰ ਸੋਲਰ ਪਾਵਰ ਦੇ ਜਿਹੜੇ ਪਿਤਾਮਾ ਚਾਰਲਸ ਫ੍ਰਿਟਸ ਨੂੰ ਇੱਕ ਵਾਰ ਫਿਰ ਮੈਂ ਤੁਹਾਡੇ ਰੂਬਰੂ ਕਰ ਰਿਹਾ ਤੁਹਾਡੀ ਸਕਰੀਨ ਦੇ ਜ਼ਰੀਏ, ਜਿਨ੍ਹਾਂ ਨੇ ਜਿਹੜੀ ਇਹ ਆਪਾਂ ਨੂੰ ਸੂਰਜੀ ਜਿਹੜੀ ਊਰਜਾ ਨੂੰ ਇਲੈਕਟ੍ਰਿਸਿਟੀ ਦੇ ਵਿੱਚ ਆਪਾਂ ਬਦਲਣ ਦਾ ਜਿਹੜਾ ਫੰਡਾ ਪੂਰੇ ਵਿਸ਼ਵ ਨੂੰ ਦਿੱਤਾ। ਤਾਂ ਇਹ ਤਾਂ ਅਸੀਂ ਆਪਣੇ ਅੱਜ ਦੇ ਟੌਪਿਕ ਦੇ ਸੰਬੰਧ ਵਿੱਚ, ਆਪਣੇ ਅੱਜ ਦੇ ਵਿਸ਼ੇ ਦੇ ਸੰਬੰਧ ਵਿੱਚ ਇਹ ਸਾਰੀ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪ੍ਰਿੰਸੀਪਲ ਸਾਹਿਬ ਸ਼੍ਰੀਮਤੀ ਰੁਪਿੰਦਰ ਕੌਰ, ਆਪਣੇ GI ਸਾਹਿਬ ਸਰਦਾਰ ਇਕਬਾਲ ਸਿੰਘ ਜੀ, ਔਰ ਮੇਰਾ ਪੂਰਾ ਸਟਾਫ ਜੋ ਕਿ ਮੈਨੂੰ ਪ੍ਰੇਰਿਤ ਕਰਦਾ ਰਹਿੰਦਾ, ਔਰ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਮੈਂ ਨਿਮੀ ਪੰਜਾਬੀ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਇਲੈਕਟ੍ਰੋਨਿਕਸ ਟ੍ਰੇਡ ਦੇ ਜਿਹੜੇ ਵੱਖ-ਵੱਖ ਵਿਸ਼ੇ ਨੇ ਇਹਨਾਂ ਨੂੰ ਸਾਂਝਾ ਕਰਨ ਜਾਂ ਜਾਣਕਾਰੀ ਦੇਣ ਲਈ ਮੈਂ ਤੁਹਾਡੇ ਰੂਬਰੂ ਹੋਇਆ, ਔਰ ਤੁਹਾਡੇ ਨਾਲ ਮੁਖਾਤਿਬ ਹੋ ਕੇ ਔਰ ਇਹਨਾਂ ਸਲਾਈਡਸ ਦੇ ਜ਼ਰੀਏ ਮੈਂ ਤੁਹਾਨੂੰ ਜਾਣਕਾਰੀ ਜਿਹੜੀ ਦੇ ਰਿਹਾ ਅਲੱਗ-ਅਲੱਗ ਵਿਸ਼ੇ ਦੇ ਵਿੱਚ। ਆਸ ਕਰਦਾ ਕਿ ਤੁਹਾਨੂੰ ਮੇਰਾ ਜਿਹੜਾ ਢੰਗ ਤਰੀਕਾ ਹੈ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ ਤੁਹਾਨੂੰ ਲੈਕਚਰ ਜਿਹੜਾ ਮੈਂ ਦੱਸ ਰਿਹਾ ਆਪਣੇ ਸ਼ਬਦਾਂ ਦੇ ਵਿੱਚ ਪਰੋ ਕੇ ਜਿਹੜਾ ਸਾਰੀ ਟੈਕਨੀਕਲੀ ਜਿਹੜੀ ਜਾਣਕਾਰੀ ਦੇ ਰਿਹਾ ਹੈਗਾ, ਮੁਹੱਈਆ ਕਰਵਾ ਰਿਹਾ, ਇੱਕ ਕਿਰਦਾਰ ਨਿਭਾ ਰਿਹਾ, ਛੋਟੀ ਜਿਹੀ ਮੇਰੀ ਕੋਸ਼ਿਸ਼ ਹੈ। ਔਰ ਇਹ ਕੋਸ਼ਿਸ਼ ਕਾਮਯਾਬ ਹੋਵੇ, ਔਰ ਆਪਣੇ ਜਿਹੜੇ ਦੂਸਰੇ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਵੀ ਇਲੈਕਟ੍ਰੋਨਿਕਸ ਮਕੈਨਿਕ ਜਿਹੜੀਆਂ ਟ੍ਰੇਡਸ ਚੱਲ ਰਹੀਆਂ ਨੇ, ਉਹਨਾਂ ਇੰਸਟਰਕਟਰ ਸਾਹਿਬਾਨ ਲਈ ਵੀ ਇਹ ਪ੍ਰੇਰਨਾ ਸਰੋਤ ਜਿਹੜਾ ਸਿੱਧ ਹੋਵੇ, ਇੱਕ ਪ੍ਰੇਰਨਾ ਮਿਲੇ ਉਹਨਾਂ ਨੂੰ ਵੀ, ਤੇ ਉਹ ਵੀ ਤੁਹਾਡੇ ਰੂਬਰੂ ਹੋ ਕੇ ਜਿਹੜੇ ਜਿਹੜੇ ਅੰਦਰ ਛੁਪਿਆ ਹੋਇਆ ਗਿਆਨ ਹੈ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ, ਮੈਂ ਇਹ ਆਸ ਕਰਦਾ। ਤੇ ਅੰਤ ਵਿੱਚ ਮੈਂ ਫਿਰ ਇੱਕ ਵਾਰ ਫਿਰ ਉਸ ਵਿਸ਼ੇ ਦੀ ਮਿਸ਼ਨ ਫਤਿਹ, ਵੈਰੀਅਰ ਅਗੇਂਸਟ COVID-19, ਇੱਕ ਯੋਧੇ ਦੇ ਰੂਪ ਦੇ ਵਿੱਚ ਆਪਾਂ ਇਸ ਮਹਾਮਾਰੀ ਦੇ ਨਾਲ ਲੜਨਾ ਹੈ, ਇਸ ਵਾਇਰਸ ਤੋਂ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ, ਆਪਣੇ ਸਮਾਜ ਨੂੰ ਬਚਾਉਣਾ ਹੈ, ਆਪਣੇ ਆਪ ਨੂੰ ਬਚਾਉਣਾ ਹੈ, ਇਸ ਵਾਇਰਸ ਤੋਂ ਬਚ ਕੇ ਰਹਿਣਾ ਹੈ। ਔਰ ਜਦੋਂ ਵੀ ਆਪਾਂ ਟਰੈਵਲਿੰਗ ਕਰਨੀ ਹੈ ਜਾਂ ਬਾਹਰ ਅੰਦਰ ਜਾਣਾ ਹੈਗਾ, ਜਾਂ ਕਿਤੇ ਵੀ ਆਪਾਂ ਸਮਾਜਿਕ ਥਾਵਾਂ ਤੇ ਆਪਾਂ ਵਿਚਰਦੇ ਹਾਂ, ਤਾਂ ਉੱਥੇ ਸੋਸ਼ਲ ਡਿਸਟੈਂਸ ਦਾ ਜਿਹੜਾ ਧਿਆਨ ਰੱਖਣਾ ਹੈ, ਔਰ ਘਰ ਪਹੁੰਚ ਕੇ ਜਾਂ ਆਪਣੇ ਦਫ਼ਤਰ ਦੇ ਵਿੱਚ ਆਪਣੇ ਆਪ ਨੂੰ ਸੈਨੀਟਾਈਜ਼ ਕਰਨ ਦਾ ਜਾਂ ਆਪਣੇ ਹੱਥਾਂ ਨੂੰ ਸਾਬਣ ਦੇ ਨਾਲ ਧੋਣ ਦਾ ਜਿਹੜਾ ਪ੍ਰਬੰਧ ਹੈ ਉਹ ਪੂਰਾ ਰੱਖਣਾ ਚਾਹੀਦਾ ਆਪਾਂ ਨੂੰ, ਤਾਂ ਜੋ ਇਸ ਵਾਇਰਸ ਤੋਂ ਆਪਾਂ ਆਪਣੇ ਆਪ ਨੂੰ ਸੁਰੱਖਿਅਤ ਰੱਖੀਏ, ਔਰ ਇਸ ਵਾਇਰਸ ਨੂੰ ਆਪਾਂ ਜ਼ਿਆਦਾ ਨਾ ਫੈਲਣ ਦੇਈਏ। ਫਤਿਹ ਮਿਸ਼ਨ ਨੂੰ ਆਪਾਂ ਕਾਮਯਾਬ ਬਣਾਉਣਾ, ਔਰ ਹਰ ਇੱਕ ਨੂੰ ਆਪਣੇ ਆਪਣੇ ਸਹਿਯੋਗ ਦੇ ਨਾਲ, ਕਿਉਂਕਿ ਜ਼ਿੰਦਗੀ ਆਪਣੀ ਹੈ ਔਰ ਸੁਰੱਖਿਆ ਪਹਿਲਾਂ, ਸੇਫਟੀ ਫਸਟ। ਜਿਸ ਤਰ੍ਹਾਂ ਇੱਕ ਟੈਕਨੀਸ਼ੀਅਨ ਜਾਂ ਇੱਕ ਮਕੈਨਿਕ ਕੰਮ ਕਰਨ ਵੇਲੇ ਆਪਣੇ ਆਪ ਨੂੰ ਔਜ਼ਾਰਾਂ ਦੇ ਨਾਲ ਜਿਹੜਾ ਸੇਫ ਰੱਖਦਾ ਹੈ, ਸਹੀ ਔਜ਼ਾਰ ਨੂੰ
ਵਰਤ ਕੇ ਸਹੀ ਕੰਮ ਕਰਦਾ ਹੈਗਾ, ਉਸੇ ਤਰ੍ਹਾਂ ਹੀ ਇਸ ਵਾਇਰਸ ਤੋਂ ਬਚਣ ਲਈ ਆਪਾਂ ਆਪਣੇ ਸਰੀਰ ਦੀ ਜਿਹੜੀ ਸਫਾਈ ਹੈ, ਆਪਣੇ ਹੱਥਾਂ ਨੂੰ ਧੋਣਾ ਹੈ ਸਾਬਣ ਦੇ ਨਾਲ, ਆਪਣੇ ਮੂੰਹ ਤੇ ਨੱਕ ਤੇ ਜਿਹੜਾ ਹੈਗਾ ਮਾਸਕ ਨੂੰ ਪਹਿਨ ਕੇ ਰੱਖਣਾ ਔਰ ਸੋਸ਼ਲ ਡਿਸਟੈਂਸ ਦਾ ਜਿਹੜਾ ਖਿਆਲ ਰੱਖਣਾ, ਫਿਰ ਹੀ ਕਾਮਯਾਬ ਹੋਏਗਾ ਮਿਸ਼ਨ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਜੋ ਕਿ ਤੁਸੀਂ ਮੈਨੂੰ ਸੁਣਦੇ ਹੋ ਔਰ ਮੇਰੇ ਦੁਆਰਾ ਜਿਹੜਾ ਪੰਜਾਬੀ ਮਾਂ ਬੋਲੀ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਹੈ ਟੈਕਨੀਕਲੀ, ਤੇ ਮੇਰੀ ਜਿਹੜੀ ਛੋਟੀ ਜਿਹੀ ਕੋਸ਼ਿਸ਼ ਹੈ ਵੀ ਮੈਂ ਠੇਠ ਪੰਜਾਬੀ ਦੇ ਵਿੱਚ ਆਪਣੇ ਜਿਹੜੇ ਪਿਆਰੇ ਸਿਖਿਆਰਥੀਆਂ ਨੂੰ ਜਿਹੜਾ ਗਿਆਨ ਦਾ ਜਿਹੜਾ ਚਾਨਣ ਹੈ ਉਹ ਵੰਡਾਂ, ਤੇ ਮੇਰੀ ਮਾਂ ਪੰਜਾਬੀ ਬੋਲੀ ਦਾ ਜਿਹੜਾ ਸਨਮਾਨ ਹੈ ਹੋਰ ਵੀ ਜਿਹੜਾ ਇਹਦਾ ਸਿਰ ਹੈ ਉਹ ਉੱਚਾ ਹੋਵੇ। ਔਰ ਅਗਰ ਇਸ ਸੰਬੰਧੀ ਕੋਈ ਸੋਲਰ ਪਾਵਰ ਦੇ ਸੰਬੰਧੀ ਕੋਈ ਤੁਹਾਡਾ ਕੁਐਸਚਨ ਹੈ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਮੇਰਾ ਮੋਬਾਈਲ ਨੰਬਰ ਜਿਹੜਾ ਸਲਾਈਡ ਤੇ ਸ਼ੋ ਹੋ ਰਿਹਾ ਔਰ ਮੇਰੀ ਮੇਲ ਆਈਡੀ ਜਿਹੜੀ ਸ਼ੋ ਹੋ ਰਹੀ ਹੈ, ਉਸ ਦੇ ਜ਼ਰੀਏ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਗਰ ਕਿਸੇ ਦੀ ਕੁਐਰੀ ਹੈ ਤਾਂ ਕਿਰਪਾ ਕਰਕੇ ਸਰ ਸਾਰਿਆਂ ਨੂੰ ਅਨਮਿਊਟ ਕਰ ਦਿਓ ਪਲੀਜ਼, ਤਾਂ ਜੋ ਕੋਈ ਮੁਖਾਤਿਬ ਹੋਣਾ ਚਾਹੁੰਦਾ ਹੈ ਮੇਰੇ ਨਾਲ ਤਾਂ ਮੁਖਾਤਿਬ। हेलो। हाँ जी, हाँ जी। सर गुड मॉर्निंग। वेरी गुड मॉर्निंग जी, वेरी गुड मॉर्निंग। सर आपकी क्लासेस अभी अच्छी नहीं, जो आपने कहा ना ऑन ग्रिड और ऑफ ग्रिड। हेलो। हाँ सर, आवाज आ रही है? सर आपकी आवाज नहीं आ रही प्रॉपर। हेलो हेलो सर, आवाज सर आवाज बहुत वीक सिग्नल रिसीव हो रहा है आपका। अगर आप कुछ पूछना चाहते हो तो मेरे को इसके बाद आप मेरे को कांटेक्ट कर लीजिए, ये मेरा व्हाट्सएप नंबर है प्लीज। ओके सर, थैंक यू। आपका वॉइस सिग्नल बहुत वीक आ रहा है जी। वॉइस थोड़ा डिस्टरबेंस ज्यादा आ रही है जी। हेलो हेलो। हाँ जी, अगर कोई और कोई मुखातिब होना चाहता है तो प्लीज। सर आवाज आ रही है आपको? हेलो। मैं ਜਿਹੜਾ ਅੱਜ ਦਾ ਜਿਹੜੀ ਆਪਣਾ ਲੈਕਚਰ ਹੈ ਇੱਥੇ ਮੈਂ ਜਿਹੜਾ ਸਮਾਪਤ ਕਰਨ ਦੀ ਜਿਹੜੀ ਆਗਿਆ ਚਾਹੂੰਗਾ। ਬਹੁਤ ਬਹੁਤ ਧੰਨਵਾਦ ਮੇਰੇ ਟ੍ਰੇਨਿੰਗ ਅਫਸਰ ਸਾਹਿਬਾਨ ਪਰਮਜੀਤ ਜੀ ਦਾ ਔਰ ਸਵਰਨਦੀਪ ਜੀ ਦਾ, ਜੋ ਕਿ ਮੈਨੂੰ ਬਹੁਤ ਹੀ ਵਧੀਆ ਸਹਿਯੋਗ ਦਿੰਦੇ ਨੇ, ਔਰ ਵਿਜੇਂਦਰ ਧਵਨ ਜੀ ਸਾਡੇ ਡਿਪਟੀ ਡਾਇਰੈਕਟਰ ਸਾਹਿਬਾਨ ਸਤਿਕਾਰਯੋਗ, ਉਹਨਾਂ ਦੇ ਹੌਸਲੇ ਸਦਕਾ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਨਾਲ ਜਿਹੜਾ ਮੈਂ ਤੁਹਾਡੇ ਨਾਲ रूबरू हैं। बहुत बहुत धन्यवाद, शुक्रिया, मेहरबानी। ओके जी, शुक्रिया जी। थैंक यू ईश्वर सर, थैंक यू जी। शुक्रिया परमजीत सर, मेहरबानी, बहुत बहुत शुक्रिया।